ਅੱਜ 18ਵੀਂ ਅਸ਼ਟਪਦੀ ਦੇ ਪਹਿਲੇ 4 ਅੰਕ ਔਰ ਸ਼ਲੋਕ ਆਪਾਂ ਵਿਚਾਰਾਂਗੇ। ਸਤਿਗੁਰਾਂ ਨੇ ਅੱਜ ਦੇ ਸ਼ਬਦ ਵਿੱਚ ਗੁਰੂ ਤੇ ਸਿੱਖ ਦੀ ਸਾਂਝ, ਦੋਹਾਂ ਦਾ ਆਪਸ ਵਿੱਚ ਪ੍ਰੇਮ, ਸਿੱਖ ਦੇ ਕਰਨਯੋਗ ਕੰਮ ਤੇ ਗੁਰੂ ਦੀ ਕਿਰਪਾ ਔਰ ਤਾਕਤ ਸ਼ਕਤੀ ਦਾ ਵਰਣਨ ਇਹਦੇ ਵਿੱਚ ਕੀਤਾ ਹੈ। ਗੁਰਬਾਣੀ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਅਕਾਲ ਪੁਰਖ ਦੇ ਚਰਨਾਂ ਨਾਲ ਸਾਂਝ ਪਾਉਣ ਲਈ ਗੁਰੂ ਤੋਂ ਬਿਨਾਂ ਕੋਈ ਰਸਤਾ ਨਹੀਂ। ਜਦ ਕਿ ਉਹ ਅਕਾਲ ਪੁਰਖ ਹਰ ਇੱਕ ਸਰੀਰ ਦੇ ਵਿੱਚ ਪਹਿਲਾਂ ਹੀ ਹੈ। ਬੜਾ ਵੱਡਾ ਸਵਾਲ ਹੈ ਕਿ ਉਹ ਰੱਬ ਪਹਿਲਾਂ ਹੀ ਤਾਂ ਸਰੀਰਾਂ ਦੇ ਵਿੱਚ ਹੈ, ਬਾਹਰੋਂ ਕਿਸੇ ਨੂੰ ਵਿੱਚ ਕਿਉਂ ਲਿਆਉਣਾ ਪਿਆ। ਜਿਵੇਂ ਤੁਸੀਂ ਹੁਣੇ ਸੁਣਿਆ, ਬਾਣੀ ਵਿੱਚ ਵਾਰ-ਵਾਰ ਇਹ ਬਚਨ ਆਉਣਗੇ, ਮਤ ਕੋ ਭਰਮ ਭੂਲੇ ਸੰਸਾਰ, ਗੁਰ ਬਿਨ ਕੋਇ ਨਾ ਉਤਰਸ ਪਾਰ। ਕਹਿੰਦੇ ਐਵੇਂ ਭਰਮ ਵਿੱਚ ਪੈ ਕੇ ਸਮਾਂ ਨਾ ਬਤੀਤ ਕਰਨਾ। ਗੁਰੂ ਤੋਂ ਬਿਨਾਂ ਅੱਜ ਤੱਕ ਧਰਮ ਦੇ ਮਾਰਗ ਤੇ ਕੋਈ ਪਾਰ ਨਹੀਂ ਜਾ ਸਕਿਆ। ਕੀ ਕਾਰਨ ਹੈ ਇਹਦਾ? ਜਦ ਕਿ ਹਰ ਇੱਕ ਸਰੀਰ ਦੇ ਵਿੱਚ ਉਹੀ ਚੀਜ਼ਾਂ ਨੇ ਜਿਹੜੀਆਂ ਗੁਰੂ ਵਿੱਚ ਨੇ। ਉਵੇਂ ਦੀ ਬੋਡੀ ਹੈ, ਉਵੇਂ ਦਾ ਸਰੀਰ, ਉਹੀ ਜੋਤ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਇੱਥੇ ਅੱਗੇ ਬਚਨ ਹੈ, ਜੋਤ ਤਾਂ ਸਾਰਿਆਂ ਵਿੱਚ। ਜਿੰਨਾ ਚਿਰ ਬਾਹਰੋਂ ਕੋਈ ਹੱਥ ਨਹੀਂ ਪਾਉਂਦਾ, ਉਹ ਜੋਤ ਪ੍ਰਗਟ ਨਹੀਂ ਹੁੰਦੀ। ਗੁਰ ਸਾਖੀ ਜੋਤ ਪ੍ਰਗਟ ਹੋਏ। ਇਹ ਸ਼ਬਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ ਸੀ, ਕਿਉਂਕਿ ਬ੍ਰਾਹਮਣਾਂ ਨੇ ਕਿਹਾ ਸੀ, ਜਗਨਨਾਥ ਵਿੱਚ ਆਰਤੀ ਨਹੀਂ ਕਰਦੇ ਤੁਸੀਂ, ਤੁਹਾਡਾ ਦੀਵਾ ਕਿੱਥੇ ਹੈ, ਬੱਤੀ ਕਿੱਥੇ ਹੈ, ਤੇਲ ਕਿੱਥੇ ਹੈ। ਜਿੰਨਾ ਚਿਰ ਤੁਸੀਂ ਆਰਤੀ ਨਹੀਂ ਕਰੋਗੇ, ਰੱਬ ਕਿਵੇਂ ਖੁਸ਼ ਹੋਏਗਾ, ਦੇਵਤਾ ਕਿਵੇਂ ਖੁਸ਼ ਹੋਏਗਾ। ਹਜ਼ੂਰ ਨੇ ਕਿਹਾ, ਮੈਂ ਦੀਵਾ ਮਿੱਟੀ ਦਾ ਨਹੀਂ ਵਰਤਦਾ, ਮੈਂ ਵੱਟੀ ਰੂਈ ਦੀ ਨਹੀਂ, ਮੈਂ ਤੇਲ ਬਾਜ਼ਾਰ ਵਿੱਚੋਂ ਨਹੀਂ ਖਰੀਦਦਾ, ਇਹ ਤੇ ਸਾਰਾ ਕੁਝ ਆਪਣੇ ਕੋਲ ਹੀ ਹੈ, ਸਭ ਕੁਝ ਇੱਥੋਂ ਵਰਤ ਲਈਦਾ। ਨਾਲੇ ਉਹਨਾਂ ਨਾਲ ਕੋਈ ਰੱਬ ਖੁਸ਼ ਹੁੰਦਾ ਨਹੀਂ। ਭਗਤ ਜੀ ਨੇ ਇੱਕ ਥਾਂ ਤੇ ਬਚਨ ਕੀਤਾ, ਕਹਿੰਦੇ ਜੇ ਤੁਸੀਂ ਜੋਤ ਹੀ ਜਗਾਣੀ ਹੈ, ਜੇ ਤੁਸੀਂ ਹੋਮ ਯੱਗ ਹੀ ਕਰਨਾ ਹੈ, ਤੇ ਕਿਉਂ ਪਸ਼ੂਆਂ ਦੀਆਂ ਬਲੀਆਂ ਦੇ ਕੇ ਉਹਨਾਂ ਦੇ ਗਲੇ ਕੱਟਦੇ ਹੋ। ਖੁਸ਼ ਦੇਵਤੇ ਨੇ ਹੋਣਾ ਹੈ, ਕਰਨਾ ਕਿਸੇ ਨੇ ਹੈ। ਗਰੀਬ ਪਸ਼ੂ ਵਿੱਚ ਮਾਰਿਆ ਗਿਆ, ਕਾਹਦੇ ਲਈ? ਉਹਨਾਂ ਨੇ ਕਿਹਾ, ਮੈਂ ਆਪਣਾ ਤਨ ਤੇ ਮਨ ਬਲੀਦਾਨ ਕਰ ਦਿੱਤਾ ਹੈ। ਮਨ ਤਨ ਅਰਪੋਂ ਹੋਮ ਚੜਾਵੋਂ। ਮਨ ਤੇ ਤਨ ਨੂੰ ਦੀਵਾ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਕਹਿੰਦੇ, ਦੀਵੇ ਬਾਹਰੋਂ ਕਿਉਂ ਖਰੀਦਦੇ ਹੋ? ਦੀਵਾ ਤੇ ਤੁਹਾਡੇ ਵਿੱਚ ਹੈ, ਪਰ ਗੁਰੂ ਤੋਂ ਬਿਨਾਂ ਜਗਣਾ ਨਹੀਂ। ਇਹ ਖਿਆਲ ਰੱਖਣਾ। ਜਿਹਨੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲਿਆ, ਕਹਿੰਦੇ ਉਹਦੇ ਅੰਦਰ ਆਰਤੀ ਆਪਣੇ ਆਪ ਹੋਣ ਲੱਗ ਪਈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਗੁਰ ਸਾਖੀ ਜੋਤ ਪ੍ਰਗਟ ਹੋਏ। ਜਿੰਨਾ ਚਿਰ ਗੁਰੂ ਬਾਹਰੋਂ ਨਹੀਂ ਫੂਕਦਾ ਅਗਨੀ, ਉਹਨਾਂ ਚਿਰ ਉਹ ਦੀਵਾ ਨਹੀਂ ਜਗਦਾ। ਜੋ ਤਿਸ ਭਾਵੈ ਸੋ ਆਰਤੀ ਹੋਏ। ਫਿਰ ਇਸ ਤਰ੍ਹਾਂ ਉਹਦੇ ਜੀਵਨ ਦੇ ਵਿੱਚ ਨਾਮ ਦੀ ਆਰਤੀ ਹੋਣ ਲੱਗ ਪੈਂਦੀ ਹੈ, ਦੀਵਾ ਜਗ ਪੈਂਦਾ। ਹੋਰ ਥਾਂ ਤੇ ਬਚਨ ਕੀਤੇ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ, ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੈ। ਚਾਨਣ ਕਰ ਜੀਵਨ ਵਿੱਚ ਦੀਵਾ ਜਗਾ। ਗੁਰੂ ਤੋਂ ਬਿਨਾਂ ਦੀਵਾ ਨਹੀਂ ਜਗਦਾ। ਗੁਰੂ ਕਿਉਂ ਚਾਹੀਦਾ ਹੈ? ਸਤਿਗੁਰੂ ਦਾ ਹੋਰ ਕੋਈ ਕੰਮ ਨਹੀਂ, ਉਹ ਸਿਰਫ ਇੱਕ ਕੰਮ ਕਰਕੇ ਪਾਸੇ ਹੋ ਜਾਂਦਾ। ਸਿੱਖ ਤੇ ਗੁਰੂ ਦਾ ਮਿਲਾਪ, ਪਰਮਾਤਮਾ ਨਾਲ ਜੋੜ ਪਵਾ ਦਿੰਦਾ। ਤਾਂ ਗੁਰੂ ਦੀ ਲੋੜ ਤੁਸੀਂ ਵੇਖੋਗੇ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪਈ। ਸਿੱਧੇ ਗੁਰੂ ਸਨ, ਧੁਰ ਤੋਂ ਆਏ ਸਨ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਗੁਰੂ ਨਾਨਕ ਦੇਵ ਜੀ ਨੂੰ ਗੁਰੂ ਦੀ ਲੋੜ ਨਹੀਂ ਪਈ।
ਉਹਦਾ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ। ਗੁਰੂ ਦੀ ਲੋੜ ਉਹਨਾਂ ਚਿਰ ਰਹਿੰਦੀ ਹੈ ਜਿੰਨਾ ਚਿਰ ਬੰਦੇ ਨੂੰ ਝੁਕਣਾ ਨਾ ਆਵੇ, ਜਿੰਨਾ ਚਿਰ ਉਹਦੀ ਹਉਮੈ ਨਾ ਮਰੇ, ਉਹਨਾਂ ਚਿਰ ਗੁਰੂ ਦੀ ਲੋੜ ਰਹੇਗੀ। ਜਿੱਦਣ ਝੁਕਣ ਦੀ ਜਾਚ ਆ ਗਈ, ਗੁਰੂ ਨੇ ਤੇ ਹੋਰ ਕਰਨਾ ਹੀ ਨਹੀਂ, ਸਿੱਖ ਦੀ ਹਉਮੈ ਤੇ ਮਾਰਨੀ ਹੈ ਵਿੱਚੋਂ, ਬਸ ਵਿੱਚੋਂ ਮੈਂ ਤੇ ਕੱਢਣੀ ਹੈ, ਇਹਦੀ ਤੇ ਸਫਾਈ ਕਰਨੀ। ਤੁਸੀਂ ਵੇਖਿਆ ਹੋਵੇਗਾ ਕੱਪੜੇ ਧੋਣ ਵਾਲਾ ਉਹਨਾਂ ਚਿਰ ਕੱਪੜਿਆਂ ਕੋਲ ਰਹਿੰਦਾ ਜਿੰਨਾ ਚਿਰ ਮੈਲ ਨਹੀਂ ਨਿਕਲਦੀ। ਜਦੋਂ ਮੈਲ ਨਿਕਲ ਗਈ ਤੇ ਕੱਪੜੇ ਉਹ ਸੌਂਪ ਦਿੰਦਾ ਜਿੰਨੇ ਪਾਉਣੇ ਨੇ, ਉਹਦਾ ਕੰਮ ਕੋਈ ਨਹੀਂ ਉਸ ਥਾਂ ਤੇ। ਗੁਰੂ ਨੂੰ ਸਾਡੇ ਨਾਲ ਕੋਈ ਲੋਭ ਨਹੀਂ, ਗੁਰੂ ਨੇ ਸਿਰਫ ਸਾਨੂੰ ਉਜਲ ਕਰਨਾ, ਸਿਰਫ ਸਾਨੂੰ ਧੋਣਾ ਹੈ, ਸਿਰਫ ਸਾਡੀ ਮੈਲ ਲਾਉਣੀ ਹੈ। ਬਸ ਜਦੋਂ ਮੈਲ ਉਤਰ ਗਈ, ਉਹ ਸਿੱਖ ਨੂੰ ਸਿੱਧਾ ਕਨੈਕਸ਼ਨ ਕਰ ਦਿੰਦਾ ਅਕਾਲ ਪੁਰਖ ਨਾਲ। ਇਹ ਹੈ ਗੁਰੂ ਦੀ ਲੋੜ। ਗੁਰੂ ਤੋਂ ਬਿਨਾਂ ਹਉਮੈ ਨਹੀਂ ਮਰਦੀ। ਤੇ ਸਿੱਖ ਦਾ ਕੰਮ ਕੀ ਹੈ? ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਕਵੇ ਮੈਨੂੰ ਕੁਝ ਨਹੀਂ ਆਉਂਦਾ, ਮੈਂ ਕੁਝ ਨਹੀਂ ਕਰ ਸਕਦਾ। ਦੋ ਪਰਿਭਾਸ਼ਾ ਨੇ ਸਿੱਖ ਦੀ, ਖਿਆਲ ਰੱਖ। ਸਿੱਖ ਤੇ ਗੁਰੂ ਦੀ ਸਾਂਝ ਹੀ ਉਦੋਂ ਬਣਦੀ ਹੈ ਜਦੋਂ ਸਿੱਖ ਮੰਨ ਲੈਂਦਾ ਹੈ ਕਿ ਮੈਨੂੰ ਨਹੀਂ ਕੁਝ ਆਉਂਦਾ। ਤੇ ਜਿਹਨੂੰ ਕੁਝ ਆਉਂਦਾ ਉਹ ਸਿਖਿਆਰਥੀ ਕਿਵੇਂ ਬਣ ਸਕਦਾ ਹੈ? ਕਿਸੇ ਸਕੂਲ ਵਿੱਚ ਬੜੇ ਵਿਦਿਆਰਥੀ ਪੜ੍ਹਦੇ ਸਨ ਤੇ ਇੱਕ ਨਵਾਂ ਟੀਚਰ ਆਇਆ, ਕਲਾਸ ਉਹਨੇ ਅਟੈਂਡ ਕੀਤੀ, ਤਜਰਬੇ ਵਾਲਾ ਸੀ। ਉਹਨੇ ਇੱਕ ਇੱਕ ਨੂੰ ਖੜੇ ਕਰਕੇ ਪੁੱਛਿਆ, ਜਿਹਨੂੰ ਪੁੱਛਦਾ ਤੈਨੂੰ ਕੁਝ ਆਉਂਦਾ? ਉਹ ਕਹਿੰਦਾ ਆਉਂਦਾ, ਬਹੁਤ ਕੁਝ ਆਉਂਦਾ। ਉਹਨਾਂ ਵਿੱਚੋਂ ਇੱਕ ਉੱਠਿਆ, ਸਿਆਣਾ ਵਿਦਿਆਰਥੀ ਸੀ। ਇੱਕ ਉੱਠਿਆ, ਜਦੋਂ ਉਹਨੂੰ ਪੁੱਛਿਆ ਤੈਨੂੰ ਕੁਝ ਆਉਂਦਾ? ਉਹਨੇ ਕਿਹਾ ਨਹੀਂ ਜੀ ਮੈਨੂੰ ਕੁਝ ਨਹੀਂ ਆਉਂਦਾ। ਜੇ ਮੈਨੂੰ ਆਉਂਦਾ ਹੁੰਦਾ ਤੁਹਾਡੇ ਕੋਲ ਆਉਂਦਾ ਹੀ ਕਿਉਂ? ਫਿਰ ਮੈਨੂੰ ਕੁਝ ਨਹੀਂ ਆਉਂਦਾ। ਕਹਿਣ ਲੱਗਿਆ ਇੱਕ ਵਿਦਿਆਰਥੀ ਮਿਲਿਆ ਇੱਕ ਕਲਾਸ ਵਿੱਚੋਂ, ਇੱਕੋ ਹੀ ਵਿਦਿਆਰਥੀ। ਵਿਦਿਆਰਥੀ ਦੇ ਅਰਥ ਨੇ ਜਿਹੜਾ ਅੰਦਰੋਂ ਮੰਨੇ ਕਿ ਮੈਨੂੰ ਕੁਝ ਨਹੀਂ ਆਉਂਦਾ। ਸਿੱਖ ਦੇ ਅਰਥ ਵੀ ਇਹ ਨੇ, ਜਿਹੜਾ ਅੰਦਰੋਂ ਮੰਨੇ, ਦੋ ਚੀਜ਼ਾਂ ਨੂੰ ਮੰਨ ਲੈ, ਮੈਂ ਕਰ ਕੁਝ ਨਹੀਂ ਸਕਦਾ ਤੇ ਮੈਨੂੰ ਆਉਂਦਾ ਹੀ ਕੁਝ ਨਹੀਂ। ਉਹ ਸਿੱਖੀ ਦੀ ਪਹਿਲੀ ਕਲਾਸ ਵਿੱਚ ਦਾਖਲ ਹੋ ਗਿਆ। ਫਿਰ ਉਹ ਸਿੱਖੀ ਤੋਂ ਗੁਰਸਿੱਖ ਬਣੇਗਾ। ਪਹਿਲਾਂ ਸਿੱਖ, ਫਿਰ ਗੁਰਸਿੱਖ ਬਣੇਗਾ। ਫਿਰ ਗੁਰੂ ਉਹਨੂੰ ਆਪਣੇ ਨਾਲ ਕਨੈਕਸ਼ਨ ਕਰ ਦੇਗਾ, ਜੋੜ ਦੇਗਾ, ਸਾਂਝ ਬਣ ਜਾਏਗੀ। ਔਰ ਫਿਰ ਉਹ ਸਿੱਖ ਨਹੀਂ ਰਹੇਗਾ, ਫਿਰ ਉਹ ਗੁਰਸਿੱਖ ਬਣ ਜਾਏਗਾ। ਉਹਦੀ ਤਾਕਤ, ਉਹਦੀ ਸ਼ਕਤੀ ਵੱਧ ਜਾਏਗੀ। ਤਾਂ ਗੁਰੂ ਦੀ ਲੋੜ ਹੈ ਵਿੱਚ ਜ਼ਰੂਰ, ਕਿਉਂਕਿ ਉਹਦੇ ਤੋਂ ਬਿਨਾਂ ਹਉਮੈ ਨਹੀਂ ਮਰਦੀ। ਹਉਮੈ ਤੋੜਨ ਵਾਸਤੇ ਪੂਰੇ ਗੁਰੂ ਦੀ ਜ਼ਰੂਰਤ ਹੈ। ਸਤਿਗੁਰੂ ਨੇ ਅੱਜ ਦੇ ਸਾਰੀ ਇਸ ਅਸ਼ਟਪਦੀ ਦੇ ਵਿੱਚ ਇੱਕ ਇੱਕ ਲਫ਼ਜ਼ ਮਹਿੰਗਾ ਹੈ, ਮੈਂ ਕਹਿਣ ਦਾ ਯਤਨ ਕਰਾਂਗਾ। ਔਰ ਇਹਦੀ ਵਿਆਖਿਆ ਬੜੀ ਵਿਸਤਾਰ ਵਿੱਚ ਹੈ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਗੁਰੂ ਕਿਸ ਨੂੰ ਕਹਿੰਦੇ ਨੇ? ਸਤਿਗੁਰੂ ਕੌਣ ਹੈ? ਗੁਰਮਤਿ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਗਿਆ। ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਿਆ, ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਰਤਦੇ ਨੇ। ਧਿਆਨ ਰੱਖਣਾ, ਇਹ ਤਰੀਕਾ ਲੱਭਿਆ, ਇਹ ਢੰਗ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰੂ ਹਨ। ਜਿਹੜੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਸੰਪੂਰਨ ਤੌਰ ਤੇ, ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਵਰਤਣ ਲੱਗ ਪਏ। ਬੜੇ ਲੋਕ ਇਹ ਸਵਾਲ ਕਰਦੇ ਨੇ ਵੀ ਤੁਹਾਡਾ ਗੁਰੂ ਕਿਹੜਾ ਬੋਲਦਾ ਹੈ, ਵੇਖਦਾ ਹੈ? ਗੁਰੂ ਬੋਲਦਾ ਹੈ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ। ਸਿੱਧਾ ਵੀ ਸਮਝਾ ਦਿੰਦੇ ਨੇ ਤੇ ਸਿੱਖਾਂ ਨੂੰ ਸਿੱਖਾਂ ਰਾਹੀਂ ਵੀ ਸਮਝਾ ਦਿੰਦੇ, ਉਹਨਾਂ ਦੀ ਆਪਣੀ ਮਰਜ਼ੀ। ਤਰੀਕਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ। ਮੈਂ ਪਹਿਲਾਂ ਇੱਕ ਦਿਨ ਵਿਸ਼ਾ ਕਹਿ ਚੁੱਕਾ, ਗੁਰਮਤਿ ਵਿੱਚ 10 ਪਾਤਸ਼ਾਹੀਆਂ ਤੋਂ ਬਾਅਦ ਗੁਰਤਾ ਗੱਦੀ ਦੀ ਜਿਹੜੀ ਮੋਹਰ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਹੈ। ਪਰ ਜਿਹੜੀ ਨਾਮ ਦੇਣ ਦੀ ਪ੍ਰਕਿਰਿਆ ਹੈ, ਨਾਮ ਨਾਲ ਜੋੜਨ ਦੀ ਪ੍ਰਕਿਰਿਆ, ਉਹ 5 ਪਿਆਰੇ ਨਿਭਾਉਂਦੇ ਨੇ, ਨਾਮ ਨਾਲ ਸਿੱਖ ਨੂੰ ਜੋੜਦੇ ਨੇ। ਉਹਦੇ ਤੋਂ ਬਿਨਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜਦੋਂ ਸਾਂਝ ਪੈ ਜਾਂਦੀ ਨਾਮ ਦੁਆਰਾ, ਤੇ ਫਿਰ ਉਹਨੂੰ ਗੁਰਮੁਖਾਂ ਦੀ ਸੰਗਤ ਦੀ ਜ਼ਰੂਰਤ ਪੈਂਦੀ, ਜਿਹੜੇ ਪਹਿਲਾਂ ਇਹ ਕਮਾਈ ਕਰ ਚੁੱਕੇ ਨੇ, ਜਾ ਚੁੱਕੇ ਨੇ। ਜਿਵੇਂ ਤੁਸੀਂ ਦੇਖਿਆ ਹੋਵੇਗਾ, ਇੱਕ ਤਾਂ ਅਧਿਆਪਕ ਹੁੰਦਾ ਹੈ, ਇੱਕ ਟੀਚਰ ਹੁੰਦਾ ਹੈ, ਤੇ ਉਹ ਫਿਰ ਉਹਨਾਂ ਕਲਾਸ ਦੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਦੋ ਇਸ ਤਰ੍ਹਾਂ ਦੇ ਮੋਨੀਟਰ ਲੱਭ ਲੈਂਦਾ ਹੈ, ਜਿਨ੍ਹਾਂ ਨੇ ਉਸ ਵਿਦਿਆ ਨੂੰ ਚੰਗੀ ਤਰ੍ਹਾਂ ਘੋਖਿਆ ਹੁੰਦਾ, ਵੇਖਿਆ ਹੁੰਦਾ। ਫਿਰ ਉਹਨਾਂ ਨੂੰ ਡਿਊਟੀ ਲਾ ਦਿੰਦਾ।
ਆਪਣੇ ਵਾਲੇ ਥੋੜ੍ਹੇ ਜਿਹੇ ਅਧਿਕਾਰ ਦੇ ਦਿੰਦਾ ਤੇ ਉਸ ਕਲਾਸ ਦੇ ਵਿੱਚ ਹਿੱਸੇ ਬਣਾ ਕੇ, ਸੈਕਸ਼ਨ ਬਣਾ ਕੇ, ABC ਕਰਕੇ ਉਹਨਾਂ ਨੂੰ ਪੜ੍ਹਾਉਂਦੇ ਰਹਿੰਦੇ ਨੇ, ਪਰ ਉਹਨਾਂ ਦੇ ਉੱਤੇ ਕੁੰਡਾ ਉਸ ਅਧਿਆਪਕ ਦਾ ਹੁੰਦਾ ਹੈ। ਇਸ ਤਰ੍ਹਾਂ ਸਿੱਖੀ ਮਾਰਗ ਦੇ ਵਿੱਚ ਜੇ ਕੋਈ ਕਵੇ ਵੀ ਤੁਹਾਡੇ ਵਿੱਚ ਕਿਹੜਾ ਦੇਹ ਹੈ ਜਿਹੜੀ ਤੁਹਾਨੂੰ ਸਮਝਾਏਗੀ, ਤਾਂ ਸਤਿਗੁਰੂ ਨੇ ਇਹ ਤਰੀਕਾ ਵਰਤਿਆ। ਗੁਰੂ ਗ੍ਰੰਥ ਸਾਹਿਬ ਜੀ ਖੁਦ ਸਿੱਧੇ ਵੀ ਐਸੇ ਹੁਕਮਨਾਮੇ ਆਏ ਨੇ ਜਿਨ੍ਹਾਂ ਦੇ ਵਿੱਚ ਸਾਬਤ ਤੌਰ 'ਤੇ ਫੈਸਲੇ ਦਿੱਤੇ ਗਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ। ਪਰ ਜੇ ਕਿਤੇ ਜ਼ਰੂਰਤ ਪਵੇ ਤੇ ਹਜ਼ੂਰ ਸੱਚੇ ਪਾਤਸ਼ਾਹ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਦੀ ਸਥਿਤੀ ਨੂੰ ਵਰਤ ਕੇ ਆਪਣਾ ਕੰਮ ਕਰਵਾਉਂਦੇ ਨੇ। ਇਹ ਤਰੀਕਾ ਹੈ ਗੁਰਮਤਿ ਦੇ ਅੰਦਰ। ਇਸ ਕਰਕੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਜਾਣ ਲਿਆ ਉਹ ਸਤਿਗੁਰੂ ਸਰੂਪ ਹਨ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਜ਼ੂਰ ਕਹਿੰਦੇ ਸਤਿਪੁਰਖ ਜਿਨ ਜਾਣਿਆ, ਸਤਿਪੁਰਖ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੇ ਸਤਿਪੁਰਖ ਨੂੰ ਜਾਣਿਆ, ਸਤਿਗੁਰ ਤਿਸ ਕਾ ਨਾਉ, ਉਹਨਾਂ ਦਾ ਨਾਮ ਸਤਿਗੁਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰ ਕਹਿੰਦੇ ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਉਹਨਾਂ ਦੇ ਨਾਲ ਸਿੱਖ ਦਾ ਉਧਾਰ ਹੁੰਦਾ ਹੈ, ਔਰ ਜੇ ਉਹ ਪ੍ਰਭੂ ਦੇ ਗੁਣ ਗਾਇਨ ਕਰੇ। ਇਹਦੇ ਅਰਥ ਬਣਦੇ ਨੇ, ਕਿਉਂਕਿ ਸਿੱਖ ਬਣਨ ਦੇ ਨਾਲ ਕੀ ਪ੍ਰਾਪਤੀ, ਕੀ ਲਾਭ ਹੈ ਕਿ ਦੇਰ ਨਹੀਂ ਲੱਗਦੀ। ਸਭ ਤੋਂ ਵੱਡਾ ਲਾਭ ਇਹ ਹੈ, ਸਿੱਧਾ ਕਰਨ ਵਿੱਚ ਦੇਰ ਬੜੀ ਲੱਗਦੀ ਕਿਸੇ ਕੰਮ ਨੂੰ, ਕਿਸੇ ਕਾਰਜ ਨੂੰ, ਪਰ ਜੇ ਗੁਰੂ ਦੇ ਰਾਹੀਂ ਕੀਤਾ ਜਾਏ, ਸਤਿਗੁਰੂ ਕਹਿੰਦੇ ਨੇ ਕਰਤ ਨਾ ਲਾਗੀ ਬਾਰ, ਦੇਰ ਨਹੀਂ ਲੱਗਦੀ, ਕਿਉਂਕਿ ਗੁਰੂ ਵੱਲੋਂ ਆਪਣੀ ਸਾਰੀ ਤਾਕਤ ਉਸ ਸਿੱਖ ਤੇ ਲਾ ਦਿੱਤੀ ਜਾਂਦੀ, ਉਹਨੂੰ ਉੱਚਾ ਚੁੱਕਣ ਵਾਸਤੇ, ਉਹਨੂੰ ਜੋੜਨ ਵਾਸਤੇ ਸਾਰੀ ਸ਼ਕਤੀ ਵਰਤ ਦਿੱਤੀ ਜਾਂਦੀ ਹੈ। ਇਸ ਕਰਕੇ ਸਤਿਗੁਰੂ ਦੀ ਜ਼ਰੂਰਤ ਤਾਂ ਹੈ ਕਿ ਗੁਰੂ ਧਾਰਨ ਕੀਤਿਆਂ, ਗੁਰੂ ਵਾਲੇ ਬਣਿਆ, ਇਸ ਮਾਰਗ ਦੇ ਉੱਤੇ ਦੇਰ ਨਹੀਂ ਲੱਗਦੀ, ਸਮਾਂ ਨਹੀਂ ਲੱਗਦਾ, ਬਹੁਤ ਜਲਦੀ ਸਿੱਖ ਦਾ ਉਧਾਰ ਹੋ ਜਾਂਦਾ ਹੈ, ਉਹ ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ। ਅੱਗੇ ਗੁਰੂ ਤੇ ਸਿੱਖ ਦੀ ਆਪਸੀ ਮਿੱਤਰਤਾ, ਆਪਸੀ ਪ੍ਰੇਮ ਦੀ ਵਿਆਖਿਆ ਸਤਿਗੁਰੂ ਇਹਨਾਂ ਸ਼ਬਦਾਂ ਵਿੱਚ ਕਰ ਰਹੇ ਹਨ। ਹਜ਼ੂਰ ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਪ੍ਰਤਪਾਲਣਾ ਕਰਨੀ, ਪਾਲਣਾ ਦਾ ਮਤਲਬ ਹੈ ਗੁਰਬਾਣੀ ਦੇ ਵਿੱਚ ਗੁਰੂ ਨੂੰ ਮਾਂ ਦੇ ਨਾਲ ਕਿਤੇ ਕਿਤੇ ਤੁਲਨਾ ਦਿੱਤੀ ਗਈ ਹੈ, ਮਾਤਾ ਪਿਤਾ ਦੇ ਨਾਲ ਤੁਲਨਾ ਦਿੱਤੀ ਗਈ ਹੈ। ਮਾਂ ਵਿੱਚ ਇਹ ਗੁਣ ਹੁੰਦਾ ਹੈ ਕਿ ਜਿਸ ਖਤਰੇ ਦਾ ਬੱਚੇ ਨੂੰ ਨਹੀਂ ਪਤਾ, ਮਾਂ ਉਹਨੂੰ ਜਾਣਦੀ ਹੈ, ਪਤਾ ਹੈ ਉਸ ਨੂੰ ਕਿੱਥੋਂ ਇਸ ਨੂੰ ਅੱਗ ਤੋਂ ਬਚਾ ਕੇ ਰੱਖਣਾ, ਕਿੱਥੋਂ ਟੋਏ ਤੋਂ ਬਚਾ ਕੇ ਰੱਖਣਾ, ਇਹਦੀ ਸੰਭਾਲ ਕਰਨੀ, ਉਹਦਾ ਧਿਆਨ ਰੱਖਦੀ। ਬੱਚਾ ਇਹਨਾਂ ਨਹੀਂ ਜਾਣਦਾ ਆਪਣੇ ਜੀਵਨ ਬਾਰੇ ਜਿੰਨੀ ਮਾਂ ਉਹਦੇ ਜੀਵਨ ਨੂੰ ਜਾਣਦੀ। ਇਸੇ ਤਰ੍ਹਾਂ ਸਿੱਖ ਦੀ ਪਾਲਣਾ ਗੁਰੂ ਕਰਦਾ ਹੈ, ਔਰ ਉਹ ਸਿੱਖ ਦੇ ਜੀਵਨ ਨੂੰ ਇੰਨਾ ਜਾਣਦਾ ਜਿੰਨਾ ਸਿੱਖ ਵੀ ਆਪਣੇ ਜੀਵਨ ਨੂੰ ਨਹੀਂ ਜਾਣਦਾ। ਉਹ ਆਉਣ ਵਾਲੇ ਖਤਰਿਆਂ ਬਾਰੇ ਜਾਣੂ ਨਹੀਂ। ਅਸੀਂ ਜਿਸ ਰਾਹ 'ਤੇ ਜਾ ਰਹੇ ਹਾਂ, ਕਈ ਵਾਰੀ ਤੁਸੀਂ ਵੇਖੋ ਕਿ ਜਿਸ ਮਾਰਗ 'ਤੇ ਤੁਰੀਏ, ਕਈ ਵਾਰੀ ਉਸ ਮਾਰਗ 'ਤੇ ਰੁਕਾਵਟ ਪੈ ਜਾਂਦੀ, ਰਾਹ ਰੁਕ ਜਾਂਦਾ ਹੈ। ਅਸੀਂ ਕਹਿੰਦੇ ਹਾਂ ਰਾਹ ਕਿਉਂ ਰੁਕਿਆ, ਪਰ ਉਹ ਪੂਰੇ ਗੁਰੂ ਨੂੰ ਪਤਾ ਹੈ ਕਿ ਇਸ ਰਾਹ 'ਤੇ ਤੁਰਿਆਂ ਅੱਗੇ ਕੋਈ ਨਾ ਕੋਈ ਨੁਕਸਾਨ ਹੈ, ਕੋਈ ਖਤਰਾ ਹੈ, ਇਸ ਕਰਕੇ ਉਹ ਰੁਕਾਵਟ ਜਾਣ ਬੁੱਝ ਕੇ ਪਾਉਂਦਾ। ਇਹਦਾ ਇਹ ਕਾਰਨ ਹੁੰਦਾ, ਭਾਵੇਂ ਕਿ ਇਹਦੀ ਸਮਝ ਨਹੀਂ ਆਉਂਦੀ ਵਕਤੀ ਤੌਰ 'ਤੇ, ਉਸ ਰੁਕਾਵਟ ਦਾ ਕਾਰਨ ਇਹ ਹੁੰਦਾ ਹੈ ਕਿ ਉਹ ਕਿਤੇ ਨਾ ਕਿਤੇ ਨੁਕਸਾਨਦੇਹ ਹੈ। ਇਸ ਤਰ੍ਹਾਂ ਹਰ ਇੱਕ ਕਾਰਜ ਦੀ, ਹਰ ਇੱਕ ਕੰਮ ਦੇ ਵਿੱਚ ਸਿੱਖ ਆਪਣੇ ਗੁਰੂ 'ਤੇ ਭਰੋਸਾ ਕਰਦਾ ਹੈ ਤੇ ਗੁਰੂ ਸਿੱਖ ਦੀ ਪਾਲਣਾ ਕਰਦਾ ਹੈ, ਉਸ ਨੂੰ ਪਾਲਦਾ ਹੈ, ਦਿਨ ਰਾਤ ਉਹਦੀ ਪਾਲਣਾ ਕਰਦਾ ਰਹਿੰਦਾ, ਉਹਦਾ ਧਿਆਨ ਰੱਖਦਾ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਹੀ ਇਹ ਬਚਨ ਸਾਨੂੰ ਸੁਚੇਤ ਕਰਨ ਵਾਸਤੇ ਕਹੇ ਕਿ ਸਾਡੇ ਵਿੱਚ ਅਹਿਸਾਸ ਜਾਗੇ ਕਿ ਸਾਡੇ ਨੇੜੇ ਕਿੰਨੇ ਸਤਿਗੁਰੂ ਨਜ਼ਦੀਕ ਹੋ ਕੇ ਵਰਤ ਰਹੇ ਨੇ। ਜਿੰਨਾ ਚਿਰ ਸਾਡੇ ਵਿੱਚ ਅਹਿਸਾਸ ਨਹੀਂ ਨਾ ਜਾਗਦਾ, ਕਈ ਵਾਰੀ ਬੇਵਿਸ਼ਵਾਸੀ ਵਿੱਚ ਅਸੀਂ ਸਾਰਾ ਜੀਵਨ ਦੁਖੀ ਰਹਿੰਦੇ ਹਾਂ। ਪਤਾ ਨਹੀਂ ਕੋਈ ਰੱਖਿਆ ਕਰਨ ਵਾਲਾ ਹੈ ਵੀ ਕਿ ਨਹੀਂ, ਕੋਈ ਨਾਲ ਹੈ ਵੀ ਕਿ ਨਹੀਂ, ਸਾਡੀ ਰਾਖੀ ਕਰ ਵੀ ਰਿਹਾ ਹੈ ਕਿ ਕੇਵਲ ਇਹ ਕਥਾ ਕਹਾਣੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿਣ ਲੱਗੇ, ਜੇ ਤੇਰੇ ਅੰਦਰ ਵਿਸ਼ਵਾਸ ਜਾਗੇ ਨਾ, ਤੇ ਜਦੋਂ ਤੂੰ ਗੁਰੂ ਕੋਲ ਆਉਣਾ ਹੈ
तू अपने घरों जदों एक कदम तुरना है तो गुरु तेरे घर तेनू लैण चला जाता, तेरे कोल उत्थे वरतदा। भावें ये सारियां चीज़ां प्रतख तौर ते ने विश्वास नाल संबंधित ने। भाई साहब दे बड़े प्यारे बचन ने, चरण शरण गुर एक पैंडा जाए चल, सतगुर कोट पैंडा आगे होए लेत हैं। अगों हो के जाके सिख दी अगवाई करके उहदी राखी करदा है ते उहनूं अपने वल लै के आउंदा है। इहदे विच दो चीज़ां दा लाभ होएगा सानू ये समझण दे नाल कि गुरु सानू लैण जांदा है। दो चीज़ां विच वाधा होवेगा, एक ते गुरु दा संग ते विश्वास वधेगा ते दूसरा साध संगत जी साडी हौमै घटेगी। असीं ये नहीं कहांगे असीं खुद आए हाँ, ये एहसास जिहड़ा है साडी हौमै नूं खत्म कर देगा कि असीं खुद नहीं, वो लैण गया ते तां असीं उस थां ते आए। अगे थां कई शब्दां दे विच ये चीज़ां होर साफ कर दित्तियां, जिहदे विच ये चीज़ दस दित्ती गुरु अर्जन देव पातशाह जी ने कि वो लैण वाला तेरे नाल तेनू करा रहा है, तू खुद नहीं करदा। इस करके कहंदे सतगुर सिख की करै प्रतिपाल, सेवक को गुर सदा दयाल। गुरु सिख दे उत्ते सदा ही दयालू रहिंदा है, क्रोधी नहीं हुंदा, कदी गुस्सा नहीं करदा, कदी क्रोध नहीं करदा। कई बारी लगदा कि क्रोधी है, गुस्से विच है, पर उहदे विच भी उहदी दया हुंदी है। हजूर कहंदे सिख की गुर दुरमत मल हिरै। अंदर जिहड़ी विकारां दी मैल लगी हुई ना साडे, उहनां नूं कहंदे हिरदा है, सहजे सहजे लाउण लग पैंदा है। ते तुहानूं पता है शरीर तो जदों मैल लाई जाए कुछ ना कुछ दर्द ते जरूर हुंदी है। जदों मैल लाई जाए दर्द जरूरी है, ते जे दर्द ना होवे ते मैल नहीं लैंदी। इस करके इस मार्ग ते भी साध संगत दर्द है किते ना किते, किसे राह दे उत्ते किसे मोड़ ते आके कोई ना कोई दर्द जीवन विच वापर जांदी है। ਉਹਦਾ कारण हुंदा है कि उस दर्द तो बिना साध संगत गुरु अपना काम पूरा नहीं कर सकता। इस करके कहंदे कि सिख की गुर दुरमत मल हिरै। दुरमत का मतलब है जिहड़ी साडी मत है ना अंदर सोचन शक्ति है, ये बाहरों सारा दिन कई कुछ खिंचती रहिंदी, वेखण दे राहीं सुनन दे राहीं किन्नी प्रकार का प्रदूषण साडे मत तक जांदा रहिंदा है और वो मत मैली हो जाती है। वो जरूरी हुंदा है क्योंकि वो शीशा है। साडा जीवन ही धुंधला तां है, सानू अपने आप का पता नहीं लगता, असीं कहने समझ नहीं आ रही जीवन की, क्योंकि उस मत के शीशे के उत्ते मिट्टी पई हुई है दुरमत की। दुरमत का मतलब द्वैत, दुविधा, विश्वास भी ते बेविश्वासी भी, भावना भी ते भावना की कमी भी। उस दुविधा के अधीन जीवन कई हिस्सिਆਂ ਵਿੱਚ टुटा होया दिसदा। तुसीं कदी वेखਣਾ कि कई बारी शीशा जदों दीवार ते लगा होवे ਉਹਦੇ ਵਿੱਚ देखिए ते जे वो साबित है तो ਇੱਕੋ चेहरा दिसेगा साडा, ਉਹਦੇ ਵਿੱਚ ਵੇਖਿਆ एक मूँह दिसेगा। जे किसी कारण ਉਹਦੇ ਤੇ मिट्टी जम जाए तो दिसेगा नहीं, तो जे किसी कारण वो शीशा टुट जाए जिन्ने ਉਹਦੇ टुकड़े होणगे उन्ने साडे मूँह बन जाणगे। ਜਿਹਦੇ ਵਿੱਚ ਪਹਿਲਾਂ ਇੱਕੋ मूँह दिसदा सी हुण 4 टुकड़े, ਉਹਦੇ सामने मूँह करो तो चौहां ਵਿੱਚ ਵੱਖਰੇ ਵੱਖਰੇ 4 मूँह। और रावण नूं दह सिर क्यों कहा? 10 सिर ਉਹਦੇ नहीं सन, ਉਹਦੇ ਵਿੱਚ 10 प्रकार की भावना सी, ਉਹਦਾ मन एकाग्र इकट्ठा नहीं सी। इस तरह जदों मत के टुकड़े हो जाते ने, जीवन के टुकड़े हो जाते, खंडित हो जाता जीवन, उस वेले सानू अपना भी पता नहीं लगता भी असी किवें दे हाँ। इस करके असी गलत खबरां देने आ, मैं किवें दा। जिन्हों पुछो कहंदा मेरे विच कोई हौमै नहीं, जिन्हों पुछो कहंदा मैं बहुत चंगा हाँ। ये तां है कि उन्होंने पता ही नहीं लगता, उहदी मत का शीशा जिहड़ा वो क्रैक हो गया, किते टुटा होया, उन्होंने अपने जीवन की ठीक खबर नहीं मिलती। जिस मनुख की मत का शीशा संपूर्ण हो जाए, अखंड हो जाए, टुटण तो बच जाए, जां गुरु उन्होंने परत के जोड़दा है,
ਤੇ ਸਾਫ਼ ਕਰਦਾ ਹੈ। ਫਿਰ ਉਸ ਮੱਤ ਨੂੰ, ਉਹ ਇੱਕ ਐਸੀ ਝਰੋਖਾ ਹੈ ਮਨੁੱਖ ਦੀ ਮੱਤ, ਐਸੀ ਬਾਰੀ ਹੈ ਜਿਹਦੇ ਰਾਹੀਂ ਉਸ ਦੇਸ਼ ਨੂੰ ਵੇਖਿਆ ਜਾ ਸਕਦਾ। ਭਾਵੇਂ ਬਾਰੀ ਬਿਲਕੁਲ ਛੋਟੀ ਹੋਵੇ, ਝਰੋਖਾ ਬਿਲਕੁਲ ਅੱਧੇ ਫੁੱਟ ਦਾ ਹੋਵੇ, ਉਹਦੇ ਵਿੱਚ ਸਾਧ ਸੰਗਤ ਮੀਲਾਂ ਦਾ ਆਕਾਸ਼ ਵੇਖਿਆ ਜਾ ਸਕਦਾ। ਬਹੁਤ ਉੱਚਾ ਆਕਾਸ਼, ਇੰਨਾ ਉੱਚਾ ਸੂਰਜ ਵੇਖਿਆ ਜਾ ਸਕਦਾ। ਜਿਨ੍ਹਾਂ ਨੇ ਆਪਣੀ ਮੱਤ ਦੇ ਝਰੋਖੇ ਨੂੰ ਖੋਲ੍ਹਿਆ, ਸਾਫ਼ ਕੀਤਾ ਗੁਰੂ ਕੇ ਸ਼ਬਦ ਦੁਆਰਾ, ਉਹਨਾਂ ਨੇ ਇਹਦੇ ਰਾਹੀਂ ਵਿਸਤਾਰ ਨੂੰ ਵੇਖਿਆ, ਅਕਾਲ ਪੁਰਖ ਦੀ ਬਖਸ਼ਿਸ਼ ਨੂੰ ਤੱਕ ਲਿਆ ਉਹਨਾਂ ਨੇ। ਤਾਂ ਇਸ ਤਰ੍ਹਾਂ ਗੁਰੂ ਸਿੱਖ ਦੀ ਮੱਤ ਨੂੰ ਸਾਫ਼ ਕਰਦਾ ਪਹਿਲਾਂ, ਕਿਉਂਕਿ ਗੁਰੂ ਨੂੰ ਪਤਾ ਹੈ ਇਹਨੇ ਆਪਣੀ ਮੱਤ ਦੇ ਰਾਹੀਂ ਵੇਖਣਾ, ਜੋ ਕੁਝ ਇਹਦਾ ਜੀਵਨ ਹੈ, ਜੋ ਕੁਝ ਇਹਨੇ ਪ੍ਰਾਪਤੀ ਕਰਨੀ ਹੈ ਗੁਰੂ ਘਰ ਵਿੱਚੋਂ, ਉਹ ਮੱਤ ਦੇ ਰਾਹੀਂ। ਤਾਂ ਸਭ ਤੋਂ ਪਹਿਲਾਂ ਕੀ ਕੰਮ ਕਰਦਾ, ਕਹਿੰਦੇ ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਪਰ ਇਹ ਦੁਰਮਤ ਦੀ ਮੈਲ ਤਾਂ ਲੈਂਦੀ ਹੈ, ਕਾਹਦੇ ਦੁਆਰਾ ਲਾਈ ਜਾਂਦੀ ਹੈ? ਹਜ਼ੂਰ ਕਹਿੰਦੇ ਗੁਰ ਬਚਨੀ ਹਰ ਨਾਮ ਉਚਰੈ। ਸਿੱਖ ਗੁਰੂ ਦੇ ਬਚਨਾਂ ਦੁਆਰਾ ਨਾਮ ਉਚਾਰਨ ਕਰਦਾ ਹੈ। ਜਿਹੜੇ ਬਚਨ ਗੁਰੂ ਨੇ ਦਿੱਤੇ ਨੇ, ਗੁਰੂ ਨੇ ਪਹਿਲਾਂ ਉਚਾਰਨ ਕੀਤਾ ਤੇ ਸਿੱਖ ਨੇ ਪਿੱਛੇ ਬੋਲਿਆ। ਜਦੋਂ ਅੰਮ੍ਰਿਤ ਪਾਨ ਕੀਤਾ ਜਾਂਦਾ, ਤੁਸੀਂ ਵੇਖੋਗੇ ਅੱਗੇ ਅੱਗੇ 5 ਪਿਆਰੇ, ਉਹਨਾਂ ਦੇ ਵਿੱਚੋਂ ਇੱਕ ਪਿਆਰੇ ਸਾਹਿਬਾਨ ਬੋਲਦੇ ਨੇ ਤੇ ਸਾਨੂੰ ਪਿੱਛੇ ਬੋਲਣ ਵਾਸਤੇ ਕਿਹਾ ਜਾਂਦਾ। ਉਹਦਾ ਕਾਰਨ ਇਹ ਹੁੰਦਾ ਵੀ ਉਸ ਵੇਲੇ ਉਹਨਾਂ 5 ਸਰੀਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਵਰਤ ਰਹੀ ਹੁੰਦੀ ਹੈ। ਅਸਲ ਵਿੱਚ ਉਹ ਸਰੀਰ ਹੀ ਹੁੰਦੇ ਨੇ, ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ। ਜਿਹੜਾ ਨਾਮ ਉਹਨਾਂ ਨੂੰ ਮਾਤਾ ਪਿਤਾ ਨੇ ਦਿੱਤਾ ਹੈ, ਅਸੀਂ ਉਹ ਨਾਂ ਲੈ ਕੇ ਨਹੀਂ ਬੁਲਾ ਸਕਦੇ ਉਸ ਵੇਲੇ ਸਿਰਫ ਉਹ ਪਿਆਰੇ ਹਨ, ਤੇ ਪਿਆਰੇ ਜਿਹੜੇ ਹਨ ਉਹਨਾਂ ਨੂੰ ਗੁਰੂ ਆਪ ਵਰਤਦਾ ਹੈ। ਗੁਰੂ ਉਹਨਾਂ ਵਿੱਚ ਵਰਤ ਕੇ ਉਹ ਜੋਤ ਕਹਿੰਦੀ ਹੈ ਵੀ ਅੱਗੇ ਅੱਗੇ ਨਾਮ ਉਚਾਰਨ ਕੀਤਾ ਜਾਂਦਾ ਹੈ ਤੇ ਪਿੱਛੇ ਸਿੱਖ ਬੋਲਦਾ, ਉਹਨੂੰ ਕਹਿੰਦੇ ਗੁਰ ਬਚਨੀ ਹਰ ਨਾਮ ਉਚਰੈ। ਸਿੱਖ ਗੁਰੂ ਕੇ ਬਚਨਾਂ ਦੇ ਦੁਆਰਾ ਨਾਮ ਨੂੰ ਉਚਾਰਨ ਕਰਦਾ ਹੈ। ਤੇ ਇਸ ਢੰਗ ਦੇ ਨਾਲ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਹੁਣ ਇਹਦੇ ਵਿੱਚ ਸਹਿੰਦੀਆਂ ਗੱਲਾਂ ਕਹੀਆਂ ਗਈਆਂ ਨੇ ਕਿ ਕਿਤੇ ਗੁਰੂ ਇਮਦਾਦ ਕਰ ਜਾਂਦਾ ਹੈ, ਕਿਤੇ ਸਿੱਖ ਆਪ ਹਿੰਮਤ ਕਰਦਾ ਹੈ। ਛੱਡਿਆ ਨਹੀਂ ਗਿਆ ਸਿੱਖ ਨੂੰ, ਉਹਦੀ ਵੀ ਕੋਈ ਡਿਊਟੀ ਹੈ, ਉਹਦਾ ਵੀ ਕੋਈ ਕੰਮ ਹੈ। ਕਿਤੇ ਕਿਹਾ ਗੁਰੂ ਨੇ ਕੰਮ ਕੀਤਾ ਸਾਰਾ, ਕਿਤੇ ਕਿਹਾ ਵੀ ਗੁਰ ਕਾ ਸਿੱਖ ਵਿਕਾਰ ਤੇ ਹਟੈ। ਵਿਕਾਰ ਦੇ ਵਿਅਰਥ ਦੇ ਕੰਮਾਂ ਵੱਲੋਂ ਸਿੱਖ ਹਟ ਜਾਂਦਾ ਹੈ, ਪਰਹੇਜ਼ ਕਰਦਾ ਹੈ, ਸੰਕੋਚ ਕਰਦਾ ਹੈ ਤੇ ਗੁਰੂ ਸਿੱਖ ਦੇ ਬੰਧਨ ਕੱਟਦਾ ਹੈ। ਪਰ ਬੰਧਨ ਤਾਂ ਕੱਟੇਗਾ ਗੁਰੂ, ਪਹਿਲਾਂ ਗੁਰੂ ਦੁਆਰਾ ਸਿੱਖ ਨੂੰ ਬੰਧਨ ਪਵਾਏ ਜਾਣਗੇ। ਖਿਆਲ ਰੱਖਣ, ਆ ਜਿਹੜੇ 5 ਕਕਾਰ ਨੇ ਨਾ, ਇਹ 5 ਬੰਧਨ ਪਾਏ ਨੇ, 5 ਰੱਸੀਆਂ ਪਾਈਆਂ ਗਈਆਂ ਨੇ ਸਾਨੂੰ। ਜਿਵੇਂ ਕਿਸੇ ਜਾਨਵਰ ਨੂੰ ਸਿਖਾਉਣ ਵਾਸਤੇ ਪਹਿਲਾਂ ਬੰਦੀ ਵਿੱਚ ਪਾਇਆ ਜਾਂਦਾ ਹੈ, ਇਸੇ ਨੂੰ ਹਜ਼ੂਰ ਕਹਿੰਦੇ ਨੇ ਬੰਧ ਪਾਇਆ ਮੇਰੇ ਸਤਿਗੁਰ ਪੂਰੇ। ਪੂਰੇ ਗੁਰੂ ਨੇ ਬੰਧਨ ਪਾਏ। ਅੱਜ ਸੰਸਾਰ ਕਹਿੰਦਾ ਅਸੀਂ ਬੰਧਨ ਵਿੱਚ ਨਹੀਂ ਪੈਣਾ। ਇਸ ਤਰ੍ਹਾਂ ਦੇ ਧਰਮ ਦੀ ਖੋਜ ਕਰ ਰਿਹਾ ਜਿਹੜਾ ਬੰਧਨ ਨਹੀਂ ਪਾਉਂਦਾ, ਤੇ ਉਹ ਚੱਲਦੇ ਵੀ ਬੜੇ ਨੇ, ਉਹਨਾਂ ਵਿੱਚ ਭੀੜ ਵੀ ਬੜੀ ਹੁੰਦੀ ਹੈ, ਕਿਉਂਕਿ ਗੁਰੂ ਬੰਧਨ ਹੀ ਕੋਈ ਨਹੀਂ ਪਾਉਂਦਾ। ਉਹ ਕਹਿੰਦਾ ਜੋ ਮਰਜ਼ੀ ਕਰੋ ਬਸ ਆਓ। ਜਿਹੜਾ ਪੂਰਾ ਗੁਰੂ ਹੈ ਨਾ, ਉਹ ਸਿੱਖ ਨੂੰ ਨੂੜ ਕੇ ਰੱਖ ਦੇਗਾ, ਪੂਰੀ ਤਰ੍ਹਾਂ ਜਕੜ ਕੇ ਰੱਖ ਦੇਗਾ, ਉਹਨੂੰ ਹਿੱਲਣ ਨਹੀਂ ਦੇਗਾ। ਉੱਥੋਂ ਧਰਮ ਸ਼ੁਰੂ ਹੁੰਦਾ ਹੈ। ਆ ਜਿੰਨੇ ਸਸਤੇ ਧਰਮ ਚੱਲੇ ਨੇ, ਬਿਜ਼ਨਸ ਹੈ, ਧਰਮ ਨਹੀਂ ਇਹਨਾਂ ਵਿੱਚ। ਜਿਹੜਾ ਧਰਮ ਪੂਰਾ ਉੱਥੇ ਗੁਰੂ ਸਿੱਖ ਤੇ ਬੰਧਨ ਪਾਏਗਾ। ਬੰਧ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਫਿਰ ਉਸ ਸਿੱਖ ਦੀ ਕਲਿਆਣ ਹੋ ਜਾਏਗੀ। ਉਸ ਤੋਂ ਬਾਅਦ ਜਦੋਂ ਗੁਰੂ ਦੇ ਬੰਧਨਾਂ ਵਿੱਚ ਉਹਨੂੰ ਜਿਉਣ ਦੀ ਜਾਚ ਆ ਗਈ, ਫਿਰ ਉਹਦੇ ਜੀਵਨ ਦੇ ਸਾਰੇ ਬੰਧਨ ਖੁੱਲ੍ਹ ਜਾਣਗੇ। ਵਿਕਾਰਾਂ ਦੇ ਬੰਧਨ, ਮਾਨਸਿਕ ਬੰਧਨ, ਸਰੀਰ ਦੇ ਬੰਧਨ, ਇਹ ਸਾਰੇ ਟੁੱਟ ਜਾਂਦੇ ਹਨ। ਇਸ ਤਰ੍ਹਾਂ ਸਤਿਗੁਰ ਸਿੱਖ ਦੇ ਬੰਧਨ ਕੱਟਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟੈ ਤੇ ਇੱਥੇ ਗੁਰ ਕਾ ਸਿੱਖ ਵਿਕਾਰ ਤੇ ਹਟੈ। ਅਰਦਾਸ ਦੇ ਰਾਹੀਂ, ਗੁਰੂ ਦੇ ਸਹਾਰੇ ਦੇ ਰਾਹੀਂ ਸਿੱਖ ਵਿਕਾਰਾਂ ਤੋਂ ਪਰਹੇਜ਼ ਕਰੇ, ਹਟ ਜਾਏ। ਹਜ਼ੂਰ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਇੱਕ ਵਿਸ਼ੇਸ਼ ਧਨ ਹੈ ਜਿਹੜਾ ਸੰਸਾਰ ਵਿੱਚੋਂ ਕਿਤੇੋਂ ਨਹੀਂ ਮਿਲਦਾ। ਗੁਰੂ ਆਪਣੇ ਖੀਸੇ ਵਿੱਚੋਂ ਕੱਢ ਕੇ
ਜਿੰਨਾ ਗੁਰੂ ਕੋਲ ਨਾਮ ਦਾ ਧਨ ਹੈ ਉਹ ਸਿੱਖ ਦੇ ਅੱਗੇ ਰੱਖ ਦਿੰਦਾ ਹੈ, ਆਪਣੀ ਜੇਬ ਉਹਨੂੰ ਦੇ ਦਿੰਦਾ ਹੈ। ਪਰ ਉਦਣ ਦਿੰਦਾ ਜਿੱਦਣ ਸਿੱਖ ਸਿਆਣਾ ਹੋ ਜਾਏ। ਪਹਿਲਾਂ ਥੋੜ੍ਹਾ ਥੋੜ੍ਹਾ ਦਿੰਦਾ, ਝਲਕੇ ਮਾਤਰ, ਛੋਟਾ ਛੋਟਾ ਉਸ ਨੂੰ ਦਿੰਦਾ, ਕਿਉਂਕਿ ਪਤਾ ਇਸ ਨੂੰ ਅਜੇ ਦੀ ਕੀਮਤ ਦੀ ਸਮਝ ਨਹੀਂ ਹੈ। ਪਹਿਲਾਂ ਥੋੜ੍ਹਾ ਥੋੜ੍ਹਾ ਕਿਣਕਾ ਦਿੰਦਾ ਰਹਿੰਦਾ ਤੇ ਇੱਕ ਦਿਨ ਫਿਰ ਸਭ ਕੁਝ ਉਹਨੂੰ ਸੌਂਪ ਦਿੰਦਾ ਹੈ। ਤਾਂ ਹੀ ਇਹ ਰਵਾਇਤ ਚੱਲੀ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਨਿਧਾਨ ਸਿੰਘ ਨੂੰ ਕਿਹਾ ਸੀ ਕਿ ਅੱਜ ਤੋਂ ਬਾਅਦ ਖੀਸਾ ਮੇਰਾ ਹੋਵੇਗਾ ਤੇ ਹੱਥ ਤੇਰਾ ਹੋਵੇਗਾ, ਜਿੰਨੀ ਮਰਜ਼ੀ ਇਹਦੇ ਵਿੱਚੋਂ ਵਰਤੀ। ਜਿਸ ਦਿਨ ਸਿੱਖ ਗੁਰੂ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ, ਜੁੜ ਜਾਂਦਾ ਹੈ, ਤਾਂ ਗੁਰੂ ਉਹਦੇ ਅੱਗੇ ਆਪਣਾ ਖੀਸਾ, ਆਪਣਾ ਧਨ, ਆਪਣਾ ਖਜ਼ਾਨਾ ਜਿਹੜਾ ਹੈ ਉਹ ਸਿੱਖ ਨੂੰ ਸੌਂਪ ਦਿੰਦਾ ਹੈ। ਤੇ ਉਹ ਸਿੱਖ ਵੱਡ ਭਾਗੀ, ਬਹੁਤ ਵੱਡੇ ਭਾਗਾਂ ਵਾਲਾ, ਉੱਚੇ ਜੀਵਨ ਵਾਲਾ ਬਣ ਜਾਂਦਾ। ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਹਜ਼ੂਰ ਕਹਿੰਦੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਕਿੰਨਾ ਫਿਕਰ ਰੱਖਦਾ, ਕਿੰਨੀ ਚਿੰਤਾ ਕਰਦਾ, ਹਲਤ ਵੀ ਸਵਾਰਦਾ ਹੈ ਤੇ ਪਲਤ ਦਾ ਮਤਲਬ ਹੈ ਜਦੋਂ ਇਹ ਦੁਨੀਆ ਛੱਡ ਕੇ ਮਨੁੱਖ ਪਾਰਲੇ ਪਾਸੇ ਜਾਂਦਾ। ਦੋਵਾਂ ਲੋਕਾਂ ਦੀ ਖਬਰ ਰੱਖਦਾ, ਇਹ ਅੱਗੇ ਕੀ ਕਰੇਗਾ, ਇੱਥੇ ਕੀ ਕਰ ਰਿਹਾ ਹੈ। ਸਾਰੇ ਥਾਵਾਂ ਤੇ ਉਹਦੀ ਰਾਖੀ ਕਰਦਾ, ਸਾਰੇ ਥਾਵਾਂ ਤੇ ਉਹਦੀ ਹਿਫਾਜ਼ਤ ਕਰਦਾ। ਹਜ਼ੂਰ ਕਹਿੰਦੇ ਨੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਤੇ ਇਸ ਅੰਕ ਦੇ ਅਖੀਰ ਤੇ ਇੱਕ ਬੜੀ ਹੀ ਪਿਆਰ ਭਰੀ ਗੱਲ ਕਹੀ। ਕਹਿੰਦੇ ਨੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਧਿਆਨ ਦੇਣਾ, ਗੁਰੂ ਯਾਦ ਕਰਦਾ ਸਿੱਖ ਨੂੰ, ਚੇਤੇ ਵਿੱਚ ਰੱਖਦਾ। ਸਾਨੂੰ ਨਹੀਂ ਪਤਾ ਲੱਗਦਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਉਹ ਸਾਨੂੰ ਵੇਖ ਰਿਹਾ ਹੈ, ਸਾਨੂੰ ਚੇਤੇ ਵਿੱਚ ਰੱਖ ਰਿਹਾ ਹੈ। ਪਰ ਸਤਿਗੁਰੂ ਕਹਿੰਦੇ ਕਿ ਇਹ ਨਾ ਖਿਆਲ ਕਰੀ ਕਿ ਤੂੰ ਉਹਨੂੰ ਸੰਭਾਲ ਰਿਹਾ, ਤੂੰ ਉਹਦਾ ਸਿਮਰਨ ਕਰ ਰਿਹਾ। ਅਣਦਿਸ ਦੇ ਰੂਪ ਵਿੱਚ ਤੇਰਾ ਗੁਰੂ ਤੈਨੂੰ ਚੇਤੇ ਕਰ ਰਿਹਾ, ਤੈਨੂੰ ਯਾਦ ਕਰ ਰਿਹਾ, ਤੈਨੂੰ ਆਪਣੇ ਵੱਲ ਖਿੱਚੀ ਜਾਂਦਾ ਹੈ। ਵੈਸੇ ਗੁਰੂ ਸ਼ਬਦ ਦਾ ਅਰਥ ਵੀ ਇਹੀ ਹੈ। ਗੁਰੂ ਸ਼ਬਦ ਦਾ ਅਰਥ ਵੀ ਗੁਰੂ ਤਵ, ਆਕਰਸ਼ਣ, ਜਿਹਦੇ ਵਿੱਚ ਖਿੱਚ ਸ਼ਕਤੀ ਹੋਵੇ। ਆ ਵਿਗਿਆਨ ਨੇ ਇੱਕ ਸ਼ਕਤੀ ਦਾ ਨਾਮ ਰੱਖਿਆ ਨਾ, ਗੁਰਤਵਾ ਆਕਰਸ਼ਣ। ਕਹਿੰਦੇ ਧਰਤੀ ਦੇ ਵਿੱਚੋਂ ਇੱਕ ਸ਼ਕਤੀ ਨਿਕਲਦੀ ਜਿਹੜੀ ਸਾਨੂੰ ਖਿੱਚ ਕੇ ਆਪਣੇ ਵੱਲ ਰੱਖਦੀ, ਤਾਂ ਅਸੀਂ ਇਸ ਜ਼ਮੀਨ ਤੇ ਤੁਰਨੇ ਆ। ਇਸ ਤਰ੍ਹਾਂ ਪੂਰਾ ਗੁਰੂ ਜਿਹੜਾ ਨਾ ਸਾਨੂੰ ਖਿੱਚ ਕੇ ਆਪਣੇ ਵੱਲ ਰੱਖਦਾ ਹੈ, ਅਸੀਂ ਉਹਦੇ ਕੋਲ ਰਹਿੰਦੇ ਹਾਂ। ਇਹਦਾ ਕਾਰਨ ਸਾਡੀ ਸਮਝ ਨਹੀਂ, ਸਾਡੀ ਉਹਦੇ ਨਾਲ ਨਿਭ ਜਾਏ, ਗੁਰੂ ਨਾਲ ਸਾਂਝ ਬਣੀ ਰਹੇ, ਇਹਦਾ ਕਾਰਨ ਸਾਡੀ ਕੋਈ ਸਮਝ, ਕੋਈ ਗਿਆਨ ਨਹੀਂ ਇਹਦੇ ਵਿੱਚ। ਇਹਦੇ ਵਿੱਚ ਗੁਰੂ ਦੀ ਕਿਰਪਾ ਤੇ ਰਹਿਮਤ ਸਾਨੂੰ ਉਹਦੇ ਵੱਲ ਖਿੱਚ ਕੇ, ਉਹਦੇ ਵੱਲ ਜੋੜ ਕੇ ਰੱਖਦੀ ਹੈ। ਇਸ ਕਰਕੇ ਕਹਿੰਦੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਸ ਅੰਕ ਦੇ ਵਿੱਚ ਗੁਰੂ ਦੀ ਬਖਸ਼ਿਸ਼ ਦਾ ਵਰਣਨ ਹੈ। ਹੁਣ ਅਗਲੇ ਅੰਕ ਵਿੱਚ ਸਿੱਖ ਦੇ ਕੁਝ ਫਰਜ਼ ਨੇ, ਉਹਦੀ ਕੋਈ ਡਿਊਟੀ ਹੈ, ਕਿਤੇ ਨਾ ਕਿਤੇ ਉਹਨੂੰ ਵੀ ਕੰਮ ਕਰਨਾ ਪੈਂਦਾ। ਗੁਰੂ ਦੇ ਉੱਤੇ ਇਕੱਲਾ ਪੱਲਾ ਨਹੀਂ ਝਾੜਿਆ ਜਾ ਸਕਦਾ। ਅਗਲਾ ਸਾਰਾ ਅੰਕ ਸਿੱਖ ਵੱਲੋਂ ਕੀਤੇ ਹੋਏ ਕਾਰਜਾਂ ਦੀ ਵਿਆਖਿਆ ਕਰਦਾ ਹੈ, ਜਿਹਦੇ ਵਿੱਚ ਸਾਹਿਬ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ। ਗੁਰ ਕੈ ਗ੍ਰਹਿ, ਗ੍ਰਹਿ ਦਾ ਅਰਥ ਹੈ ਘਰ। ਜਿਹੜਾ ਸੇਵਕ ਗੁਰੂ ਦੇ ਗ੍ਰਹਿ ਵਿੱਚ ਰਹਿਣ ਦੀ ਜਾਚ ਸਿੱਖ ਲੈ। ਗੁਰੂ ਦੇ ਗ੍ਰਹਿ ਵਿੱਚ ਰਹਿਣ ਦਾ ਮਤਲਬ ਹੈ ਗੁਰੂ ਦੇ ਦੱਸੇ ਮਾਰਗ ਦੇ ਦਾਇਰੇ ਵਿੱਚ, ਜਿੱਥੇ ਜਿੱਥੇ ਗੁਰੂ ਨੇ ਉਸ ਨੂੰ ਆਗਿਆ ਕੀਤੀ ਹੈ, ਜਿਵੇਂ ਜਿਵੇਂ ਉਹਨੂੰ ਬਹਿਣ ਖਲੋਣ ਸਿਖਾਇਆ, ਜਿਵੇਂ ਉਸ ਨੂੰ ਵੇਖਣਾ ਸਿਖਾਇਆ, ਜਿਵੇਂ ਉਹਨੂੰ ਬੋਲਣਾ ਸਿਖਾਇਆ, ਜਿਵੇਂ ਉਸ ਨੂੰ ਖਾਣਾ ਪੀਣਾ ਸਿਖਾਇਆ, ਜੋ ਕੁਝ ਗੁਰੂ ਨੇ ਜਿਵੇਂ ਦਾ ਸਿਖਾਇਆ ਉਹਦੇ ਵਿੱਚ ਰਵੇ, ਉਹਦੀ ਆਗਿਆ ਦੇ ਵਿੱਚ ਜੀਵੇ। ਪਰ ਸਾਧ ਸੰਗਤ ਅੱਗੇ ਹਜ਼ੂਰ ਨੇ ਦੱਸ ਦਿੱਤਾ, ਕਹਿੰਦੇ ਹੈ ਔਖਾ। ਗੁਰ ਕੀ ਆਗਿਆ ਮਨ ਮੈਂ ਸਹਿ। ਸਹਿ ਦਾ ਅਰਥ ਹੈ ਸਹਿਣਾ।
ਸਹਿਣ ਦਾ ਸੰਬੰਧ ਉਸ ਚੀਜ਼ ਨਾਲ ਹੈ ਜਿਹੜੀ ਚੀਜ਼ ਨੂੰ ਸਰੀਰ ਬਰਦਾਸ਼ਤ ਨਾ ਕਰੇ, ਮਨ ਬਰਦਾਸ਼ਤ ਨਾ ਕਰੇ ਤੇ ਬੰਦਾ ਫਿਰ ਵੀ ਉਹਨੂੰ ਅਖਤਿਆਰ ਕਰ ਲੈ। ਜਿਵੇਂ ਬਹੁਤ ਕੌੜੀ ਦਵਾਈ ਮਨ ਪੀਣ ਵਾਸਤੇ ਤਿਆਰ ਨਹੀਂ, ਪਰ ਮਨੁੱਖ ਉਹਨੂੰ ਪੀਂਦਾ ਹੈ ਧੱਕੇ ਨਾਲ, ਯਤਨ ਕਰਦਾ। ਗੁਰੂ ਦਾ ਹੁਕਮ ਇੱਕ ਕੌੜੀ ਔਸ਼ਧੀ ਹੈ, ਖਿਆਲ ਰੱਖਣਾ, ਬੜੀ ਕੌੜੀ ਔਸ਼ਧੀ, ਬਹੁਤ ਹੀ ਸਖਤ ਹੈ ਗੁਰੂ ਦਾ ਹੁਕਮ, ਉਹਨੂੰ ਸਹਿਣਾ ਅਤੀ ਕਠਿਨ। ਤਾਂ ਹੀ ਬਾਣੀ ਵਿੱਚ ਬਚਨ ਕੀਤੇ ਨੇ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ। ਕਿਉਂਕਿ ਤੁਸੀਂ ਸੰਸਾਰ ਵਿੱਚ ਵੇਖੋਗੇ, ਵੈਸੇ ਅਸੀਂ ਖੋਜ ਕਰਦੇ ਰਹਿੰਦੇ ਹਾਂ ਸੌਖੇ ਕੰਮਾਂ ਦੀ। ਤੁਸੀਂ ਕਿਸੇ ਪਾਸੇ ਜਾਓ, ਸੌਖੇ ਕੰਮ ਦੀ ਖੋਜ ਕਰਦਾ ਮਨੁੱਖ, ਜਿਹੜਾ ਸੌਖੇ ਵਿੱਚ ਕਰੇ। ਪਰ ਸੱਚਾਈ ਇਹ ਹੈ ਕਿ ਜਿੰਨਾ ਕੰਮ ਸੌਖਾ ਹੈ ਓਨਾ ਕੰਮ ਛੋਟਾ ਹੈ, ਜਿੰਨਾ ਕੰਮ ਸਖਤ ਹੈ ਕਰੜਾ ਹੈ ਓਨੀ ਉਚਾਈ ਜ਼ਿਆਦਾ ਹੈ। ਤੁਸੀਂ ਵਿਦਿਆ ਨੂੰ ਲਵੋ, ਜਿਹੜੀ ਵਿਦਿਆ ਨਖਿੱਧ ਹੈ ਉਹ ਬਿਲਕੁਲ ਸੌਖੀ ਹੈ, ਉਹਦੇ ਤੇ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਕੋਈ ਰਾਤਾਂ ਜਾਗਣਾ ਨਹੀਂ ਪੈਂਦਾ, ਪੜ੍ਹਨਾ ਨਹੀਂ ਪੈਂਦਾ, ਬਿਲਕੁਲ ਛੋਟੀ ਹੈ। ਜਿਉਂ-ਜਿਉਂ ਵੱਡੀ ਵਿਦਿਆ ਨੂੰ ਅਸੀਂ ਪ੍ਰਾਪਤ ਕਰਨਾ, ਤਿਉਂ-ਤਿਉਂ ਉਹਦੀ ਮਿਹਨਤ ਵਿੱਚ ਵਾਧਾ ਹੁੰਦਾ ਜਾਂਦਾ ਹੈ, ਉਹਦੇ ਵਿੱਚ ਫਰਕ ਪੈਂਦਾ ਜਾਂਦਾ ਹੈ। ਇਹ ਸਾਰੀ ਜ਼ਿੰਦਗੀ ਦਾ ਹਿਸਾਬ ਹੈ ਕਿ ਹਰ ਇੱਕ ਚੰਗੀ ਵਸਤੂ ਦੇ ਉੱਤੇ ਕਵਰ ਬੜਾ ਸਖਤ ਹੈ। ਤੁਸੀਂ ਸਾਰੀਆਂ ਚੀਜ਼ਾਂ ਵੱਲ ਧਿਆਨ ਦਿਓ। ਆ ਇੱਕ ਗੰਨਾ ਹੈ, ਗੰਨੇ ਦਾ ਰਸ ਕਿੰਨਾ ਮਿੱਠਾ ਹੈ, ਪਰ ਗੰਨੇ ਦਾ ਕਵਰ ਕਿੰਨਾ ਸਖਤ ਹੈ, ਉਹਦਾ ਛਿਲਕਾ ਲਾਉਣਾ ਕੋਈ ਸੌਖੀ ਗੱਲ ਨਹੀਂ। ਬਦਾਮ ਵਿੱਚ ਕਿੰਨੀ ਤਾਕਤ ਹੈ, ਪਰ ਬਦਾਮ ਦੇ ਉੱਤੇ ਜਿਹੜਾ ਕਵਰ ਹੈ ਉਹਨੂੰ ਤੋੜਨਾ ਸੌਖਾ ਨਹੀਂ। ਕੁਦਰਤ ਨੇ ਇਸ਼ਾਰੇ ਦਿੱਤੇ ਨੇ ਕਿ ਜਿੱਥੇ ਜਿੱਥੇ ਸਖਤ ਬੰਧਨ ਪਏ ਹੋਏ ਨੇ, ਜਿੱਥੋਂ ਲੰਘਿਆ ਨਹੀਂ ਜਾਂਦਾ, ਉਹਦੇ ਥੱਲੇ ਕੋਈ ਨਾ ਕੋਈ ਕੀਮਤੀ ਚੀਜ਼ ਹੈ, ਉਹਨੂੰ ਤੋੜ, ਉਹਦੇ ਵਿੱਚੋਂ ਪਾਰ ਲੰਘ, ਉਹਦੇ ਵਿੱਚੋਂ ਅੱਗੇ ਨਿਕਲ। ਤੇ ਜਿੰਨੀਆਂ ਚੀਜ਼ਾਂ ਤੱਕ ਪਹੁੰਚ ਸੁਹੇਲੇ ਹੋ ਜਾਂਦੀ ਹੈ, ਜਲਦੀ ਹੋ ਜਾਂਦੀ ਹੈ, ਉੱਥੇ ਕੁਝ ਵੀ ਨਹੀਂ ਹੁੰਦਾ, ਉਹ ਚੀਜ਼ਾਂ ਥੋੜ੍ਹੇ ਚਿਰ ਵਿੱਚ ਬੇਰਸ ਹੋ ਜਾਂਦੀਆਂ। ਇਸ ਕਰਕੇ ਜਿਹੜਾ ਗੁਰੂ ਦਾ ਹੁਕਮ ਹੈ ਨਾ, ਉਹਨੂੰ ਸਹਿਣ ਕਰਨਾ ਜੀਵਨ ਦੇ ਵਿੱਚ ਬਿਲਕੁਲ ਕੌੜੀ ਦਵਾਈ ਖਾਣ ਦੇ ਬਰਾਬਰ ਹੈ। ਹਾਂ, ਜਿਹੜਾ ਖਾ ਗਿਆ, ਇਸ ਕੌੜੀ ਦਵਾਈ ਤੋਂ ਬਾਅਦ ਉਹਨੂੰ ਤੰਦਰੁਸਤੀ ਪ੍ਰਦਾਨ ਹੁੰਦੀ ਹੈ, ਤੰਦਰੁਸਤੀ ਮਿਲਦੀ ਹੈ। ਤੇ ਜੇ ਕਿਸੇ ਨੇ ਮਿੱਠੇ ਦਾ ਪ੍ਰਯੋਗ ਕੀਤਾ ਸਾਧ ਸੰਗਤ, ਉਸ ਮਿੱਠੇ ਦੇ ਵਿੱਚੋਂ ਫਿਰ ਸ਼ੂਗਰ ਦੀ ਪ੍ਰਾਪਤੀ ਹੈ, ਉਹਦੇ ਵਿੱਚ ਫਿਰ ਰੋਗ ਨੇ, ਬਿਮਾਰੀਆਂ ਨੇ। ਇਸੇ ਤਰ੍ਹਾਂ ਜੀਵਨ ਦੇ ਹਰ ਇੱਕ ਪੱਖ ਦੇ ਵਿੱਚ ਜਿੱਥੇ ਜਿੱਥੇ ਗੁਰੂ ਦਾ ਹੁਕਮ ਸਾਨੂੰ ਕੌੜਾ ਲੱਗਦਾ ਹੈ, ਉਹਦੇ ਵਿੱਚ ਕੋਈ ਨਾ ਕੋਈ ਭਲਾ ਹੈ। ਇਸ ਕਰਕੇ ਜਿਹੜਾ ਗੁਰਸਿੱਖ ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਗ੍ਰਹਿ ਵਿੱਚ ਰਹਿੰਦਾ ਹੈ, ਗੁਰੂ ਦੀ ਮਰਿਆਦਾ ਵਿੱਚ ਜਿਉਂਦਾ ਹੈ, ਔਰ ਆਪਣੇ ਜੀਵਨ ਦੇ ਵਿੱਚ ਗੁਰ ਕੀ ਆਗਿਆ ਮਨ ਮੈਂ ਸਹਿ, ਆਪਣੇ ਮਨ ਦੇ ਵਿੱਚ ਗੁਰੂ ਦੀ ਔਖੀ, ਸਖਤ ਤੇ ਕੌੜੀ ਆਗਿਆ ਨੂੰ ਵੀ ਸਹਿਣ ਕਰ ਲੈਂਦਾ ਹੈ। ਹਜ਼ੂਰ ਕਹਿੰਦੇ ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਾਧੁ ਧਿਆਵੈ। ਇਹ ਸਿੱਖੀ ਦੀ ਮਰਿਆਦਾ ਦੱਸੀ ਜਾ ਰਹੀ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਮਰਿਆਦਾ ਅਸੀਂ ਨਹੀਂ ਰੱਖਣੀ, ਅਸੀਂ ਬਾਣੀ ਪੜ੍ਹ ਲਾਂਗੇ, ਵੈਸੇ ਸਿੱਖ ਹਾਂ। ਬੜੇ ਬੜੇ ਭਰਮ ਨੇ ਸਾਡੇ ਵਿੱਚ। ਸਾਧ ਸੰਗਤ ਦੀ ਆਹ ਜਿਹੜੀ ਅਸ਼ਟਪਦੀ ਹੈ ਨਾ, ਜਿਹੜੇ ਬਚਨ ਤੁਸੀਂ ਹੁਣ ਸੁਣ ਰਹੇ ਹੋ, ਇਹ ਉਹ ਹੀ ਮਰਿਆਦਾ ਜੇ ਜਿਹੜੀ ਅੰਮ੍ਰਿਤ ਛਕਣ ਵੇਲੇ ਦੱਸੀ ਜਾਂਦੀ ਹੈ, ਉਹਦੇ ਨਾਲੋਂ ਘੱਟ ਨਹੀਂ। ਬਸ ਇਹ ਵੇ ਵੀ ਪੂਰੀ ਤਰ੍ਹਾਂ ਸਿੱਧਾ ਨਹੀਂ ਕਿਹਾ ਜਾਂਦਾ, ਇਸ ਕਰਕੇ ਅਸੀਂ ਸੋਚ ਲੈਂਦੇ ਹਾਂ ਵੀ ਬਾਣੀ ਪੜ੍ਹ ਲੈਂਦੇ ਹਾਂ, ਸੁਖਮਣੀ ਸਾਹਿਬ ਪੜ੍ਹਿਆ, ਕਰ ਜੋ ਮਰਜ਼ੀ ਲਿਆ। ਸੁਖਮਣੀ ਸਾਹਿਬ ਵਿੱਚ ਕਹਿੰਦੇ ਰਹਿਤ ਮਰਿਆਦਾ ਕੋਈ ਨਹੀਂ। ਰਹਿਤ ਮਰਿਆਦਾ ਤੇ ਹੈ, ਅਸੀਂ ਕੰਨ ਖੋਲ ਕੇ ਸੁਣਨਾ ਨਹੀਂ ਚਾਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਹਿਤ ਮਰਿਆਦਾ ਹੀ ਉਹਨਾਂ 4 ਬੱਜਰ ਰਹਿਤਾਂ ਵਿੱਚ, ਉਹ ਕੁਝ ਵੱਖਰਾ ਨਹੀਂ ਹੈ। ਇਹਦੇ ਵਿੱਚ ਸਾਰੀਆਂ ਚੀਜ਼ਾਂ ਸਤਿਗੁਰੂ ਉਹ ਕਹਿ ਰਹੇ ਨੇ ਕਿ ਆਪਸ ਕੋ ਕਰ ਕਛ ਨਾ ਜਨਾਵੈ। ਇੰਨਾ ਕੁਝ ਕਰਕੇ ਵੀ ਉਹ ਆਪਣੇ ਆਪ ਨੂੰ ਜਣਾਉਂਦਾ ਨਹੀਂ, ਆਪਣੇ ਆਪ ਨੂੰ ਮਹਾਨ ਸਮਝਦਾ ਨਹੀਂ ਅੰਦਰੋਂ। ਜਨਾਵੈ ਦਾ ਅਰਥ ਕਹਿਣਾ ਨਹੀਂ ਇਕੱਲਾ ਕਿ ਮੈਂ ਕੁਝ ਨਹੀਂ, ਉਹ ਯਤਨ ਨਹੀਂ ਕਰਦਾ, ਉਹ ਤਰੀਕੇ ਨਹੀਂ ਵਰਤਦਾ ਕਿ ਮੈਂ ਬਹੁਤ ਉੱਚਾ, ਮੈਂ ਬਹੁਤ ਮਹਾਨ ਹਾਂ। ਨਾਮ ਨੂੰ ਅੰਦਰ ਯਾਦ ਵਿੱਚ ਟਿਕਾਈ ਰੱਖਦਾ,
ਤਾਂ ਸਤਿਗੁਰੂ ਨੇ ਅੱਗੇ ਬਚਨ ਕੀਤੇ, ਮਨ ਵੇਚੈ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ। ਆ ਇੱਕੋ ਹੀ ਤਾਂ ਚੀਜ਼ ਹੈ ਜਿਹੜੀ ਸਾਰੇ ਜੀਵਨ ਨੂੰ ਹਰ ਇੱਕ ਪਾਸੇ ਵੱਲ ਲੈ ਕੇ ਜਾਂਦੀ। ਜੇ ਉੱਚੇ ਚੜ੍ਹਨਾ ਤਾਂ ਵੀ ਮਨ ਨੇ ਕੰਮ ਦੇਣਾ, ਜੇ ਜੀਵਨ ਨੂੰ ਨਿਵਾਣ ਵਿੱਚ ਲੈ ਕੇ ਜਾਣਾ ਤਾਂ ਵੀ ਮਨ ਨੇ ਕੰਮ ਦੇਣਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਮਨ ਨੂੰ ਵੇਚ ਗੁਰੂ ਕੋਲ, ਕਿਉਂਕਿ ਇਹਨੇ ਤੈਨੂੰ ਧਰਮ ਦੇ ਮਾਰਗ ਤੇ ਨਹੀਂ ਤੁਰਨ ਦੇਣਾ। ਇਹ ਇੱਕ ਐਸੀ ਚੀਜ਼, ਇਹਨੂੰ ਵੇਚ ਦੇ। ਜਿਹੜੀ ਚੀਜ਼ ਖਰਾਬ ਕਰੇ ਉਹਨੂੰ ਵੇਚ ਦਿੰਦਾ ਮਨੁੱਖ। ਮਨ ਵੇਚੈ ਸਤਿਗੁਰ ਕੈ ਪਾਸ, ਆਪਣੇ ਮਨ ਨੂੰ, ਆਪਣੀਆਂ ਆਦਤਾਂ ਨੂੰ ਗੁਰੂ ਕੋਲ ਵੇਚ ਦੇਵੇ, ਯਾਨੀ ਕਿ ਗੁਰੂ ਦੇ ਹਵਾਲੇ ਕਰਦਾ ਹੈ। ਉਸ ਸਿੱਖ ਦੇ ਜੀਵਨ ਦੇ ਸਾਰੇ ਹੀ ਕਾਰਜ ਰਾਸ ਹੋ ਜਾਂਦੇ ਨੇ, ਸਾਰੇ ਜੀਵਨ ਸਿੱਧ ਹੋ ਜਾਂਦੇ ਹਨ। ਫਿਰ ਕਹਿੰਦੇ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸ਼ਰਤ ਬੜੀ ਕਠਿਨ ਹੈ। ਨੇਹ ਕਾਮੀ ਹੋਣਾ ਦਾ ਮਤਲਬ ਹੈ ਕੰਮ ਕਰਨਾ ਤੇ ਕੰਮ ਦੇ ਬਦਲੇ ਵਿੱਚ ਚਾਹਣਾ ਕੁਝ ਨਾ, ਚਾਹਣਾ ਨਾ ਕੁਝ, ਤਮਾ ਤੋਂ ਖਾਲੀ ਕੰਮ ਕਰਨਾ। ਇਸ ਤਰ੍ਹਾਂ ਦੀ ਦਸ਼ਾ ਵਿੱਚ ਕੋਈ ਗੁਰੂ ਦੀ ਸੇਵਾ ਕਰੇ, ਵੀ ਕਰੇ ਬਹੁਤ ਕੁਝ ਚਾਹੇ ਕੁਝ ਨਾ, ਇਹ ਬਹੁਤ ਔਖਾ ਹੈ। ਔਰ ਇੱਥੇ ਜਾ ਕੇ ਹੀ ਨਿਸ਼ਕਾਮਤਾ ਜਨਮ ਲੈਂਦੀ ਹੈ। ਜਿੰਨਾ ਚਿਰ ਨਿਸ਼ਕਾਮ ਨਹੀਂ ਹੁੰਦਾ ਧਰਮੀ ਮਨੁੱਖ, ਉਹਨਾਂ ਚਿਰ ਦੇ ਵਿੱਚ ਧਰਮ ਦਾ ਰੁੱਖ ਉੱਗਦਾ ਹੀ ਨਹੀਂ, ਨਾਲੋਂ ਨਾਲ ਖਾਧਾ ਜਾਂਦਾ। ਜਿੰਨਾ ਕੁ ਕਮਾਉਂਦੇ ਆ ਉਹਨਾਂ ਖਾਧਾ ਜਾਂਦਾ ਹੈ, ਜਿੰਨਾ ਕੁ ਕਰਨੇ ਆ ਉਸ ਤੋਂ ਵੱਧ ਮੰਗ ਲੈਂਦੇ ਆ। ਜਿੱਥੇ ਜਾ ਕੇ ਮੰਗ ਖਤਮ ਹੋ ਜਾਏ ਸਾਧ ਸੰਗਤ, ਉੱਥੇ ਫਿਰ ਖਜ਼ਾਨਾ ਜਮ੍ਹਾਂ ਹੋਣਾ ਸ਼ੁਰੂ ਹੁੰਦਾ। ਤੁਸੀਂ ਕਦੀ ਤੋਲ ਕੇ ਵੇਖਣਾ, ਅਸੀਂ ਸਵੇਰ ਤੋਂ ਸ਼ਾਮ ਤੱਕ ਕਿੰਨੀਆਂ ਚੀਜ਼ਾਂ ਗੁਰੂ ਕੋਲੋਂ ਮੰਗ ਲੈਂਦੇ ਹਾਂ, ਕਿੰਨੀਆਂ ਵਸਤੂਆਂ। ਜੇ ਉਹਨਾਂ ਨੂੰ ਜੋੜਿਆ ਜਾਏ ਤੇ ਸ਼ਾਇਦ ਜਪਜੀ ਸਾਹਿਬ ਦੀਆਂ ਪੌੜੀਆਂ ਘਟ ਜਾਣ ਤੇ ਮੰਗਾਂ ਸਾਡੀਆਂ ਵੱਧ ਜਾਣ। ਇੰਨੀਆਂ ਮੰਗਾਂ, ਇੰਨੀ ਵਾਰੀ ਹਰ ਇੱਕ 10-5 ਮਿੰਟ ਬਾਅਦ ਕੋਈ ਨਾ ਕੋਈ ਚੀਜ਼ ਅੰਦਰੋਂ ਉੱਠਦੀ ਰਹਿੰਦੀ ਕਿ ਆਹ ਵੀ ਦੇ ਦਿਓ, ਇਹ ਵੀ ਦੇ ਦਿਓ। ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ। ਮਨੁੱਖ ਦੇ ਮੰਗਣ ਦੀ ਆਦਤ ਤੇ ਲੋਭੀ ਹੈ। ਤਾਂ ਜਦੋਂ ਇੰਨਾ ਕੁਝ ਅਸੀਂ ਮੰਗਦੇ ਹਾਂ ਤੇ ਉਸ ਮੰਗਣ ਦੇ ਕਾਰਨ ਸਾਡੇ ਅੰਦਰ ਜੋ ਕੁਝ ਅਸੀਂ ਕੁਝ ਨਾ ਕੁਝ ਕਮਾਈ ਕੀਤੀ ਹੁੰਦੀ, ਉਹ ਸਾਰੀ ਨਾਲੋਂ ਨਾਲ ਨਸ਼ਟ ਹੁੰਦੀ ਜਾਂਦੀ ਹੈ, ਲੈਸ ਹੋ ਜਾਂਦੀ ਹੈ। ਅਸੀਂ ਉਹੀ ਕਢਾ ਸਕਨੇ ਆਪਣੇ ਖਾਤੇ ਵਿੱਚੋਂ ਜੋ ਉੱਥੇ ਜਮ੍ਹਾਂ ਕਰਾਇਆ ਹੈ। ਕਦੀ ਉਹਦੇ ਵਿੱਚ ਪਾਇਆ ਤੇ ਹੈ ਨਹੀਂ, ਬੈਂਕ ਬੈਲੈਂਸ ਵਿੱਚ ਕਢਾਉਣ ਵਾਸਤੇ ਚਲੇ ਗਏ ਤਾਂ ਉਹਦੇ ਵਿੱਚੋਂ ਕਢਾਉਂਦੇ ਜ਼ਿਆਦਾ ਹਾਂ, ਪਾਉਂਦੇ ਘੱਟ ਹੈ। ਤੇ ਗੁਰੂ ਸਾਡਾ ਬਹੁਤ ਵੱਡਾ, ਵੀ ਖਾਤੇ ਸਾਡੇ ਵਿੱਚ ਕੱਖ ਨਹੀਂ, ਫਿਰ ਵੀ ਆਪਣੇ ਕੋਲੋਂ ਕੁਝ ਨਾ ਕੁਝ ਦੇ ਹੀ ਦਿੰਦਾ, ਵੀ ਖਾਲੀ ਕਿਉਂ ਭੇਜਾਂ। ਇਸ ਕਰਕੇ ਕਹਿੰਦੇ ਕਿ ਜੇ ਕਿਸੇ ਨੇਹ ਕਾਮ ਹੋਣਾ, ਕਾਮਨਾ ਤੋਂ ਰਹਿਤ ਹੋ ਜਾਣਾ। ਕਾਮਨਾ ਨਾ ਕਰਨੀ, ਇੱਛਾ ਨਾ ਕਰਨੀ, ਨਿਰ-ਇੱਛਿਤ ਸੇਵਾ ਕਰਨੀ ਬਹੁਤ ਔਖੀ। ਤਾਂ ਸੇਵਾ ਤੇ ਸਿਮਰਨ ਜਿਹੜਾ ਨਿਰ-ਇੱਛਿਤ ਹੋ ਕੇ ਕਰਦਾ ਹੈ, ਸਤਿਗੁਰੂ ਕਹਿੰਦੇ ਪ੍ਰਾਪਤੀ ਉਸ ਨੂੰ ਹੁੰਦੀ ਸੁਆਮੀ ਦੀ। ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਉਹਨੂੰ ਹੁੰਦੀ ਸਿਰਫ, ਜੋ ਕਰੀ ਜਾਏ ਤੇ ਹੋਰ ਕੁਝ ਮੰਗੇ ਨਾ। ਫਿਰ ਉਹ ਇੱਕ ਦਿਨ ਉਸ ਦਸ਼ਾ ਨੂੰ ਪ੍ਰਾਪਤ ਕਰ ਲੈਂਦਾ ਕਿ ਉਹਦਾ ਕਨੈਕਸ਼ਨ ਪਰਮਾਤਮਾ ਨਾਲ ਹੋਣ ਦੀ ਸੰਭਾਵਨਾ ਬਣਦੀ। ਜੇ ਉਹਦੇ ਤੋਂ ਪਹਿਲਾਂ ਕਈ ਪ੍ਰਕਾਰ ਦੀਆਂ ਵਸਤੂਆਂ ਮੰਗੀ ਜਾਏ ਤੇ ਉਸ ਥਾਂ ਤੱਕ ਮਨੁੱਖ ਨਹੀਂ ਪਹੁੰਚਦਾ। ਇਸ ਤਰ੍ਹਾਂ ਹਜ਼ੂਰ ਕਹਿੰਦੇ, ਸੇਵਾ ਕਰਤ ਹੋਏ ਨੇਹ ਕਾਮੀ, ਅੰਦਰ ਨਿਸ਼ਕਾਮਤਾ ਆ ਜਾਏ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਸ ਨੂੰ ਸੁਆਮੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਬ ਕਹਿੰਦੇ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਇਹ ਕਿਰਪਾ ਉਹ ਆਪ ਹੀ ਕਰੇ, ਆਪ ਰਹਿਮਤ ਕਰਕੇ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹ ਸੇਵਕ ਫਿਰ ਗੁਰੂ ਦੀ ਮੱਤ ਅਖਤਿਆਰ ਕਰ ਲੈਂਦਾ। ਭਾਵ ਉਹਨੂੰ ਸੇਵਾ ਕਰਨ ਦੀ ਵੀ ਮੱਤ ਆ ਜਾਂਦੀ ਏ। ਸੇਵਾ ਕਰਨ ਵਾਸਤੇ ਵੀ ਇੱਕ ਵਿਸ਼ੇਸ਼ ਮੱਤ ਦੀ ਲੋੜ ਪੈਂਦੀ ਹੈ, ਸਿਮਰਨ ਕਰਨ ਵਾਸਤੇ ਵੀ ਇੱਕ ਵਿਸ਼ੇਸ਼ ਮੱਤ ਚਾਹੀਦੀ ਹੈ। ਨਹੀਂ ਤਾਂ ਹਜ਼ੂਰ ਕਹਿੰਦੇ ਮੱਤ ਥੋੜ੍ਹੀ ਸੇਵ ਗਵਾਈ ਹੈ, ਕਰ ਕਰਕੇ ਅਸੀਂ ਉਹਨੂੰ ਗਵਾਈ ਜਾਂਦੇ ਹਾਂ। ਇਹ ਮੱਤ ਗੁਰੂ ਦੀ ਉਹਦੀ ਬਖਸ਼ਿਸ਼ ਨਾਲ ਮਿਲਦੀ।
फिर साहब कहते 20 विसवे गुर का मन मानै। 20 विसवे ਇਹਦਾ अर्थ सारे ही विद्वाना ने किया 100% पूरी तरह। ਇਹਦਾ अर्थ है कि जदों गुरु का मन 100% सिख उत्ते संतुष्ट हो जाए। एक तो हुंदा सिख नूं विश्वास आवे गुरु ते, एक हुंदा भी गुरु अपने सिख नूं टैसट कर करके वेख लैंदा कि हुण ये उस दात का वजन सह जाएगा जिहड़ी इहदे मैं विच भरनी है। जिवें तुसीं वेखिआ होवेगा जदों कोई इंजीनियर पुल बनाउंदा है, किन्ना चिर पुल बनदा रहिंदा है, फिर वो जदों चलाउणा हुंदा ते उहनूं वजन पा के टैसट करदे भी किन्ना कुछ सह जाएगा है, किन्ने कित्थों तक ये वजन सह सकेगा। उहदे तो बाद उहनूं खोलदे ने, पहिलां नहीं खोलदे। असीं जिहड़े गुरु दी बख्शिश दी दात मंगण दा यतन करने आ ना, ਉਹਦੇ ਨਾ ਮਿਲਣ ਦਾ ਹੋਰ ਕੋਈ ਕਾਰਨ ਨਹੀਂ ਵੀ ਗੁਰੂ ਕੋਲ ਕਿਤੇ ਕਮੀ ਆ ਗਈ ਵੀ ਮੇਰੇ ਤੋਂ ਪਹਿਲਾਂ ਜਿਹੜਾ ਸਿੱਖ ਆਇਆ ਸੀ ਉਹਨੂੰ ਵੰਡ ਬੈਠੇ ਨੇ, ਹੁਣ ਕੱਲ ਨੂੰ ਕਿਤੇ ਉਹ ਲਿਆਉਣਗੇ ਤੇ ਫਿਰ ਦੇਣਗੇ। ਇਹ ਨਹੀਂ ਕਾਰਨ। ਕਾਰਨ ਇਹ ਹੈ ਵੀ ਇਹ ਭੋਲਾ ਜਿਹੜਾ ਸਿੱਖ ਮੰਗ ਰਿਹਾ, ਗੁਰੂ ਸਾਹਿਬ ਸੋਚਦੇ ਵੀ ਜੋ ਕੁਝ ਚਾਹੁੰਦਾ ਹੈ ਅਜੇ 10 ਕਿਲੋ ਚੁੱਕਣ ਦਾ ਇਹਦੇ ਵਿੱਚ ਹਿੰਮਤ ਨਹੀਂ ਤੇ ਕੁਇੰਟਲ ਮੰਗੀ ਜਾਂਦਾ ਮੇਰੇ ਕੋਲੋਂ, ਕਿਵੇਂ ਚੁੱਕ ਕੇ ਤੁਰੇਗਾ। ਤਾਂ ਗੁਰੂ ਉਹਦੇ ਜੀਵਨ ਨੂੰ ਛੋਟੇ ਛੋਟੇ ਥਾਂ ਤੇ ਤਿਆਰ ਕਰਦਾ। ਪਹਿਲਾਂ ਆ ਜਿਹੜੇ ਜੀਵਨ ਦੇ ਵਿੱਚ ਬੜਾ ਵੱਡਾ ਸਾਡੇ ਵਿੱਚ ਸਵਾਲ ਹੈ ਜੀ, ਧਰਮੀ ਬੰਦਿਆਂ ਨੂੰ ਸਗੋਂ ਕਹਿੰਦੇ ਜ਼ਿਆਦੀਆਂ ਥੋੜ੍ਹੀਆਂ ਜਿਹੀਆਂ ਰੁਕਾਵਟਾਂ ਹੁੰਦੀਆਂ ਨੇ, ਦੂਜਿਆਂ ਨੂੰ ਘੱਟ ਨੇ। ਸਾਧ ਸੰਗਤ ਜੀ, ਜੇ ਵੱਡੇ ਅਹੁਦੇ ਤੇ ਹੁਣ ਇੱਕ ਪਾਸੇ ਤੇ ਕਹਿੰਦੇ ਆ ਵੀ ਸ੍ਰਿਸ਼ਟੀ ਦੇ ਰਾਜੇ ਬਣ ਜਾਈਏ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇੰਨੇ ਵੱਡੇ ਅਹੁਦੇ ਨੂੰ ਹੱਥ ਪਾਇਆ ਹੈ ਤੇ ਫਿਰ ਉਹਦੇ ਵਾਸਤੇ ਫਿਰ ਉਸੇ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚੋਂ ਲੰਘਣਾ ਪੈਂਦਾ, ਉਹਦਾ ਟੈਸਟ ਓਨਾ ਹੀ ਸਖਤ ਹੁੰਦਾ ਹੈ। ਤਾਂ ਇਹ ਜਿਹੜਾ ਰਸਤਾ ਹੈ, ਇਹ ਕਾਰਨ ਹੈ। ਉਹ ਦੁੱਖ ਨਹੀਂ ਹੁੰਦੇ ਧਾਰਮਿਕ ਮਨੁੱਖ ਦੇ ਜੀਵਨ ਵਿੱਚ ਜਿਹੜੇ ਦੁੱਖ ਆਉਂਦੇ ਨੇ, ਉਹ ਦੁੱਖ ਉਹਦੇ ਕਰਮਾਂ ਕਰਕੇ ਨਹੀਂ ਹੁੰਦੇ, ਉਹ ਗੁਰੂ ਵੱਲੋਂ ਟੈਸਟ ਕੀਤਾ ਜਾਂਦਾ, ਉਹਨੂੰ ਵਾਰ-ਵਾਰ ਪਕਾਇਆ ਜਾਂਦਾ। ਜਿਵੇਂ ਤੁਸੀਂ ਵੇਖੋਗੇ ਜਦੋਂ ਲੈਂਟਰ ਪੈਂਦਾ ਤੇ ਉਹਦੇ ਵਿੱਚ ਮਸ਼ੀਨ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਠੋਕ ਕੇ ਮਸਾਲੇ ਨੂੰ ਭਰਿਆ ਜਾਂਦਾ ਹੈ ਵੀ ਕਿਤੇ ਵਿੱਚੋਂ ਖਾਲੀ ਨਾ ਰਹਿ ਜਾਏ। ਜੇ ਖਾਲੀ ਰਹਿ ਗਿਆ ਕੱਲ੍ਹ ਨੂੰ ਇਹ ਟੁੱਟ ਸਕਦਾ। ਤਾਂ ਜਿਸ ਨੂੰ ਉਹਨੇ ਗੁਰਮੁਖ ਕਰਨਾ ਹੁੰਦਾ ਹੈ, ਉਹਨੂੰ ਵਾਰ-ਵਾਰ ਵੇਖਦਾ ਹੈ ਚੰਗੀ ਤਰ੍ਹਾਂ ਵਜਨ ਪਾ ਕੇ ਵੀ ਕਿੱਥੋਂ ਤੱਕ ਸਹਿੰਦਾ, ਤੇ ਜਦੋਂ ਉਹ ਸਹਿਣ ਲੱਗ ਪੈਂਦਾ ਫਿਰ ਉਹਦੇ ਤੇ ਬਖਸ਼ਿਸ਼ ਹੁੰਦੀ। ਇਸ ਤਰ੍ਹਾਂ ਕਹਿੰਦੇ 20 ਵਿਸਵੇ ਗੁਰ ਕਾ ਮਨ ਮਾਨੈ। ਗੁਰੂ ਦਾ ਮਨ ਸੰਤੁਸ਼ਟ ਹੋ ਗਿਆ ਸਿੱਖ ਤੇ ਕਿ ਵਾਕਿਆ ਹੀ ਇੱਕ ਸਿੱਖ ਮੈਂ ਤਿਆਰ ਕਰ ਦਿੱਤਾ ਹੈ। ਉਸ ਦਿਨ ਗੁਰੂ ਬੜਾ ਖੁਸ਼ ਹੁੰਦਾ, ਜਿਵੇਂ ਇੱਕ ਮਾਂ ਖੁਸ਼ ਹੁੰਦੀ ਨਾ, ਉਹਦੇ ਘਰ ਵਿੱਚ ਗ੍ਰਹਿ ਵਿੱਚ ਉਹਦੀ ਗੋਦ ਵਿੱਚ ਇੱਕ ਬੱਚਾ ਹੁੰਦਾ, ਜਨਮ ਲੈਂਦਾ ਤੇ ਉਹ ਬੜੀ ਖੁਸ਼ ਹੁੰਦੀ। ਇੰਨਾ ਹੀ ਗੁਰੂ ਖੁਸ਼ ਹੁੰਦਾ ਇੱਕ ਸਿੱਖ ਨੂੰ ਤਿਆਰ ਕਰਕੇ ਪੂਰੀ ਤਰ੍ਹਾਂ। ਤਾਂ ਉਸ ਵੇਲੇ ਕਹਿੰਦੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਫਿਰ ਗੁਰੂ ਉਹਦੇ ਵਿੱਚ ਵਰਤ ਕੇ ਨਾ ਆਪਣਾ ਆਪਾ ਟਿਕਾ ਕੇ ਉਹਨੂੰ ਪਰਮੇਸ਼ਰ ਜਨਾ ਦਿੰਦਾ ਵੀ ਰੱਬ ਕੀ ਹੈ। ਆ ਸਾਡੇ ਵਿੱਚ ਜਿਹੜਾ ਸਿਸਟਮ ਹੁਣ ਲੱਗਾ ਹੋਇਆ, ਇਹਦੇ ਨਾਲ ਰੱਬ ਕਿੱਥੇ ਦਿਸਦਾ, ਇੱਥੇ ਨਾਲੋਂ ਇਹਦੇ ਨਾਲ ਉੱਥੇ ਸਹਿਮਤ ਕਿੱਥੇ ਸਮਝ ਆਉਂਦੀ ਹੈ। ਸਾਡੀ ਵਿਆਖਿਆ ਤੇ ਰੱਬ ਦੀ ਆਪਣੀ, ਤੇ ਆਕਾਸ਼ ਨੂੰ ਰੱਬ ਕਹਿ ਦਿੰਦੇ ਆ, ਕੋਈ ਕਿਸੇ ਪਿੱਪਲ ਨੂੰ ਰੱਬ ਕਹਿੰਦਾ, ਕੋਈ ਕਿਸੇ ਨੂੰ। ਪਹਿਲਾਂ ਗੁਰਸਿੱਖ ਨੂੰ ਤਿਆਰ ਕਰਕੇ ਗੁਰੂ ਆਪਣਾ ਆਪ ਉਹਦੇ ਵਿੱਚ ਰੱਖਦਾ ਹੈ ਤੇ ਆਪਣਾ ਆਪ ਰੱਖ ਕੇ ਉਸ ਸਿੱਖ ਨੂੰ ਜਣਾ ਦਿੰਦਾ ਹੈ ਕਿ ਪਰਮਾਤਮਾ ਕੀ ਹੈ। ਫਿਰ ਉਹਨੂੰ ਸਮਝ ਆਉਂਦੀ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਹਜ਼ੂਰ ਕਹਿੰਦੇ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਉਹ ਪੂਰਾ ਗੁਰੂ ਹੈ। ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਔਰ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ 5 ਸਰੀਰਾਂ ਵਿੱਚ ਵਰਤ ਕੇ ਸਿੱਖ ਨੂੰ ਨਾਮ ਦੀ ਦਾਤ ਦਿੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਨਾਮ ਹੁੰਦਾ ਹੈ। ਹਿਰਦੇ ਵਿੱਚ ਰਸਨਾ ਦੇ ਆਪਾਂ ਸਾਰਿਆਂ ਤੇ ਹੈ, ਉਹਨਾਂ ਦੇ ਹਿਰਦੇ ਤੱਕ ਚਲਾ ਜਾਂਦਾ ਹੈ, ਉਹ ਸਤਿਗੁਰੂ ਹਨ। ਫਿਰ ਕਹਿੰਦੇ ਅਨੇਕ ਬਾਰ ਗੁਰ ਕੋ ਬਲ ਜਾਓ। ਐਸੇ ਗੁਰੂ ਤੋਂ ਅਨੇਕ ਵਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਬਲਹਾਰ ਹਾਂ, ਕੁਰਬਾਨ ਜਾਂਦਾ ਹਾਂ। ਸਭ ਕਹਿੰਦੇ ਸਰਬ ਨਿਧਾਨ ਜੀ ਕਾ ਦਾਤਾ। 8 ਪਹਿਰ ਪਾਰ ਬ੍ਰਹਮ ਰੰਗ ਰਾਤਾ। ਐਸੇ ਪੂਰੇ ਗੁਰੂ ਦੀ ਨਿਸ਼ਾਨੀ ਹੈ ਕਿ ਉਹ ਇੱਕ ਦਾਤ ਦਾ ਦਾਤਾ ਨਹੀਂ,
ਉਹ ਸਰਬ ਨਿਧਾਨ ਦਾ ਮਤਲਬ ਸਾਰੇ ਹੀ ਖਜ਼ਾਨੇ ਨੇ ਜਿੰਨੇ ਜ਼ਿੰਦਗੀ ਦੇ। ਜੀ ਕਾ ਦਾਤਾ, ਤੇ ਉਹ ਇਕੱਲੇ ਸਰੀਰ ਦਾ ਦਾਤਾ ਨਹੀਂ, ਉਹ ਜੀ ਦਾ ਦਾਤਾ ਹੈ। ਸਾਡੇ ਜੀਵਨ ਦੀ ਖੁਰਾਕ ਹੋਰ ਹੈ, ਸਰੀਰ ਦੀ ਖੁਰਾਕ ਵੱਖਰੀ। ਗੁਰੂ ਕੋਲ ਜੀਵ ਦੀ ਦਾਤ ਹੈ, ਅੰਦਰ ਦਾ ਨਾਮ ਧਨ ਹੈ, ਜਿਹੜਾ ਉਹ ਜੀ ਦਾਨ ਕਰਦਾ ਹੈ। ਉਹ ਪੂਰਾ ਗੁਰੂ ਕਹਿੰਦੇ ਅਠੇ ਪਹਿਰ ਪਾਰ ਬ੍ਰਹਮ ਦੇ ਪ੍ਰੇਮ ਵਿੱਚ, ਅਕਾਲ ਪੁਰਖ ਦੇ ਪ੍ਰੇਮ ਵਿੱਚ ਲੱਗਾ ਰਹਿੰਦਾ ਹੈ। ਹਜ਼ੂਰ ਕਹਿੰਦੇ ਬ੍ਰਹਮ ਮੈਂ ਜਨ ਮਹਿ ਪਾਰ ਬ੍ਰਹਮ, ਏਕੈ ਆਪ ਨਹੀਂ ਕਛ ਭਰਮ। ਐਸੇ ਪੂਰੇ ਗੁਰੂ ਵਿੱਚ ਕਹਿੰਦੇ ਨੇ ਬ੍ਰਹਮ ਆਪ, ਪਰਮਾਤਮਾ ਆਪ ਨਿਵਾਸ ਕਰਦਾ ਤੇ ਉਹ ਪ੍ਰਭੂ ਦੇ ਵਿੱਚ ਨਿਵਾਸ ਕਰਦਾ। ਦੋ ਤੋਂ ਇੱਕ ਰੂਪ ਹੋ ਜਾਂਦੇ ਨੇ, ਇੱਕ ਸਰੂਪ ਬਣ ਜਾਂਦੇ ਹਨ। ਹਜ਼ੂਰ ਕਹਿੰਦੇ ਏਕੈ ਆਪ ਨਹੀਂ ਕਛ ਭਰਮ, ਸਹਸ ਸਿਆਣਪ ਲਿਆ ਨ ਜਾਈਐ। ਨਾਨਕ ਐਸਾ ਗੁਰ ਵਡ ਭਾਗੀ ਪਾਈਐ। ਇਹ ਗੁਰੂ ਦੀ ਪ੍ਰਾਪਤੀ ਕਿਤੇ ਸਿਆਣਪ ਨਾਲ, ਜੁਗਤ ਨਾਲ, ਤਰੀਕੇ ਨਾਲ ਜਾਂ ਕੋਈ ਸੰਸਾਰਕ ਵਿਦਿਆ ਨਾਲ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਤਾਂ ਸਤਿਗੁਰੂ ਤੋਂ ਪੁੱਛਿਆ ਫਿਰ ਕਾਹਦੇ ਨਾਲ ਉਹਦੀ ਪ੍ਰਾਪਤੀ? ਸਹਿਸ ਨਾਲ ਵੀ ਨਹੀਂ। ਸਹਿਸ ਸਿਆਣਪ, ਹਜ਼ਾਰਾਂ ਸਿਆਣਪਾਂ ਕਿਸੇ ਕੋਲ ਹੋਣ, ਬਹੁਤ ਸਿਆਣਾ ਹੋਵੇ, ਲਿਆ ਨਾ ਜਾਈਏ, ਗੁਰੂ ਨੂੰ ਲਿਆ ਨਹੀਂ ਜਾ ਸਕਦਾ, ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਫਿਰ ਕਾਹਦੇ ਨਾਲ ਮਿਲਦਾ? ਕਹਿੰਦੇ ਐਸਾ ਗੁਰ ਵਡ ਭਾਗੀ। ਵੱਡ ਭਾਗੀ ਇਹ ਸ਼ਬਦ ਬੜੀ ਵਾਰੀ ਆਏਗਾ। ਵੱਡ ਭਾਗ ਸ਼ਬਦ ਬਹੁਤ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਨੰਦ ਸੁਣੋ ਵੱਡ ਭਾਗੀ ਹੋ। ਇਹ ਵੱਡ ਭਾਗ ਹੋਵੇ ਵੱਡ ਮੇਰੇ ਜਨ, ਮਿਲਦਿਆਂ ਢਿੱਲ ਨਾ ਲਾਈਏ। ਹਜ਼ਾਰਾਂ ਵਾਰੀ ਇਹ ਸ਼ਬਦ ਵੱਡ ਭਾਗ ਫਿਰ ਆਇਆ। ਉਹਦਾ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਜਿੰਨਾ ਚਿਰ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਨਾ ਹੁੰਦੀਆਂ, ਉਹਨਾਂ ਵਿੱਚੋਂ ਇੱਕ ਵੀ ਕਮੀ ਹੋ ਗਈ ਤੇ ਕਨੈਕਸ਼ਨ ਨਹੀਂ ਬਣਦਾ ਗੁਰੂ ਨਾਲ। ਤਿੰਨ ਚੀਜ਼ਾਂ ਜਿੰਨਾ ਚਿਰ ਇੱਕੋ ਵਾਰ ਨਾ ਹੋਣ, ਉਹ ਤਿੰਨ ਨੇ, ਇੱਕ ਪੂਰਾ ਗੁਰੂ ਹੋਵੇ, ਇੱਕ ਸਿੱਖ ਹੋਵੇ, ਤੇ ਸਿੱਖ ਗੁਰੂ ਦੇ ਸਾਹਮਣੇ ਆ ਜਾਏ, ਤੇ ਤੀਜੀ ਚੀਜ਼ ਉਹਨਾਂ ਵਿੱਚ ਨਾ ਆਵੇ, ਜੋੜ ਨਹੀਂ ਜੁੜਦਾ। ਉਹ ਤੀਜੀ ਚੀਜ਼ ਹੈ ਸਿੱਖ ਦੇ ਭਾਗ, ਕਨੈਕਸ਼ਨ ਨਹੀਂ ਬਣੇਗਾ। ਜੇ ਗੁਰੂ ਪੂਰਾ ਨਹੀਂ ਤੇ ਸਿੱਖ ਹੈ ਤੇ ਉਹਦੇ ਭਾਗ ਵੀ ਹਨ, ਫਿਰ ਵੀ ਸੰਬੰਧ ਨਹੀਂ ਬਣਦੇ। ਭਾਗ ਕੀ ਹੈ? ਭਾਗ ਦੇ ਅਰਥ ਨੇ ਭਾਂਡਾ। ਜਿਹੜੀ ਦਾਤ ਗੁਰੂ ਤੋਂ ਲੈਣੀ ਹੈ, ਉਹਦਾ ਭਾਂਡਾ ਕਿਹਦੇ ਵਿੱਚ ਪਾਉਣੀ। ਜਿੰਨਾ ਚਿਰ ਭਾਂਡਾ ਨਹੀਂ, ਕਨੈਕਸ਼ਨ ਨਹੀਂ ਬਣਦਾ, ਗੁਰੂ ਵਿੱਚ ਕਮੀ ਨਹੀਂ ਹੁੰਦੀ। ਜਿੰਨਾ ਚਿਰ ਅਸੀਂ ਭਾਗ, ਇਸ ਕਰਕੇ ਭਾਗ ਬਣਾਉਣਾ ਪਹਿਲਾਂ, ਤੇ ਗੁਰੂ ਤੋਂ ਦਾਤ ਮੰਗਣ ਦੀ ਤੇ ਲੋੜ ਹੀ ਨਹੀਂ। ਸਾਧ ਸੰਗਤ ਉਹ ਤੇ ਲੱਭਦਾ ਫਿਰਦਾ ਭਾਂਡਾ ਹੈ ਕਿਸੇ ਦੇ ਹੱਥ ਵਿੱਚ। ਭਾਗ ਬਣਾਉਣੇ ਜ਼ਰੂਰੀ ਨੇ। ਤਾਂ ਹੀ ਸਤਿਗੁਰੂ ਨੇ ਕਿਹਾ, ਬਾਣੀ ਦਾ ਨਿਤਨੇਮ ਸਿੱਖ ਨੂੰ ਦਿੱਤਾ, ਕਈ ਪ੍ਰਕਾਰ ਦੀ ਸੇਵਾ ਦੇ ਦਿੱਤੀ ਹੈ। ਤਾਂ ਦਿੱਤੀ ਸੀ ਵੀ ਪਹਿਲਾਂ ਥਾਂ ਬਣੇ ਤੇ ਦਾਤ ਆਪੇ ਟਿਕ ਜਾਏਗੀ। ਥਾਂ ਹੈ ਨਹੀਂ, ਦਾਤ ਕਿੱਥੇ ਟਿਕਾਵਾਂਗੇ? ਤੇ ਬਿਨਾਂ ਥਾਂ ਤੋਂ ਦਾਤ ਟਿਕਾਉਣੀ ਬੜੀ ਕਠਿਨ, ਔਖੀ ਹੈ। ਇਸ ਕਰਕੇ ਕਹਿੰਦੇ ਕਿ ਕਿਸੇ ਸਿਆਣਪ ਨਾਲ ਨਹੀਂ, ਐਸਾ ਗੁਰ ਵਡ ਭਾਗੀ। ਜਦੋਂ ਭਾਗ ਵੱਡੇ ਹੋਣਗੇ ਤੇ ਉਹ ਅਕਾਲ ਪੁਰਖ ਆਪਣੇ ਆਪ ਉੱਥੇ ਬਖਸ਼ਿਸ਼ ਟਿਕਾ ਦਿੰਦਾ ਹੈ। ਐਸੇ ਗੁਰੂ ਦੇ ਦਰਸ਼ਨ ਔਰ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਬਰਕਤਾਂ ਨੇ, ਉਹ ਇਸ ਅਗਲੇ ਅੰਕ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਫਲ ਦਰਸ਼ਨ ਪੇਖਤ ਪੁਨੀਤ। ਪੂਰੇ ਗੁਰੂ ਦੇ ਦਰਸ਼ਨ ਕਰਦਿਆਂ ਸਾਰ ਇਉਂ ਪ੍ਰਤੀਤ ਹੋਵੇਗਾ ਜਿਵੇਂ ਇਸ਼ਨਾਨ ਕਰ ਲਿਆ। ਪੁਨੀਤ ਦਾ ਅਰਥ ਹੈ ਪਵਿੱਤਰਤਾ। ਜਿਵੇਂ ਨਹਾਤਾ ਧੋਤਾ ਹੋ ਗਿਆ ਮਨੁੱਖ, ਪਾਣੀ ਦੇ ਅਜੇ ਨੇੜੇ ਨਹੀਂ ਸੀ ਗਿਆ, ਪਰ ਸਰੀਰ ਦੇ ਵਿੱਚ ਪਾਣੀ ਵਰਗੀ ਤੰਦਰੁਸਤੀ, ਸੁਹਾਵਣਾਪਣ ਆ ਗਿਆ, ਹੋਸ਼ ਆ ਗਈ, ਨੀਂਦ ਉੱਡ ਗਈ। ਆਹ ਦਲੀਲਾਂ ਜਿਹੀਆਂ ਅੰਦਰੋਂ ਨਿਕਲ ਗਈਆਂ ਮਨ ਦੇ ਵਿੱਚ, ਜਿਹੜੀਆਂ ਕਦੀ ਨੀਂਦ ਲੈ ਆਉਂਦੀਆਂ ਨੇ, ਕਦੀ ਬੰਦਾ ਜਾਗ ਪੈਂਦਾ, ਕਦੀ ਸੁਣਨ ਲੱਗ ਪੈਂਦਾ, ਕਦੀ ਫਿਰ ਸੌਂ ਜਾਂਦਾ, ਇਹ ਖਤਮ ਹੋ ਗਈਆਂ। ਪੂਰੇ ਗੁਰੂ ਦੇ ਦਰਸ਼ਨ ਕਰਦਿਆਂ ਸਾਰ ਪੁਨੀਤਤਾ, ਪੇਖਤ ਪੁਨੀਤ, ਉਹਨੂੰ ਵਹਿੰਦਿਆਂ ਸਾਰ ਪਵਿੱਤਰਤਾ ਆ ਗਈ। ਆ ਜਦੋਂ ਭੱਟ ਸਤਿਗੁਰਾਂ ਕੋਲ ਆਏ ਤੇ ਉਹਨਾਂ ਨੇ ਦਰਸ਼ਨ ਕੀਤੇ ਤੇ ਉਹਨਾਂ ਨੇ ਆਪ ਮੁਹਾਰੇ ਇਹ ਸ਼ਬਦ ਕਹਿ ਦਿੱਤੇ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੋਤੇ ਜੋ ਪਿਆਸ ਪੀਊਸ ਪਿਵਨ ਕੀ।
ਪਿਊਸ ਦਾ ਅਰਥ ਹੈ ਅੰਮ੍ਰਿਤ। ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦਿਆਂ ਸਾਰ ਸਾਨੂੰ ਇੱਕ ਵੱਡਾ ਸੁੱਖ ਮਿਲਿਆ। ਸਭ ਤੋਂ ਪਹਿਲੀ ਨਿਸ਼ਾਨੀ ਗੁਰੂ ਮੁਖ ਦੇਖ, ਗੁਰੂ ਦਾ ਮੂੰਹ ਵੇਂਦਿਆਂ ਸਾਰ ਗਰੂ ਸੁਖ ਪਾਇਓ, ਵੱਡਾ ਸੁਖ ਪ੍ਰਾਪਤ ਕਰ ਲਿਆ। ਜਿਹੜੀ ਪਿਆਸ ਅੰਮ੍ਰਿਤ ਨੂੰ ਪੀਣ ਦੀ ਸੀ ਉਹ ਪੂਰੀ ਹੋ ਗਈ। ਕਹਿੰਦੇ ਬੰਛਤ ਸਿੱਧ ਕੋ ਬਿਦ ਮਿਲਾਇਓ। ਇਹ ਬੜੇ ਦੋ ਪਿਆਰੇ ਸ਼ਬਦ ਨੇ, ਸਿੱਧ ਤੇ ਬੁੱਧ। ਭੱਟ ਕਹਿੰਦੇ ਅਸੀਂ ਸਿੱਧੀ ਲੱਭਦੇ ਫਿਰਦੇ ਸੀ, ਬੁੱਧੀ ਨਹੀਂ ਸੀ ਮੰਗਦੇ। ਇਹ ਬੜੀ ਕਠਿਨਤਾ ਬੰਦੇ ਦੀ, ਅਸੀਂ ਸਿੱਧੀ ਚਾਹੁੰਦੇ ਹਾਂ। ਆ ਇੱਕ ਸ਼ਬਦ ਦੇ ਪ੍ਰਸਿੱਧੀ ਹਰ ਇੱਕ ਚਾਹੁੰਦਾ ਹੈ, ਪਰ ਦੇ ਉੱਤੇ ਸਿੱਧੀ ਦਾ ਕੰਮ ਕਰਨਾ, ਇਹਦੇ ਅਖਰੀ ਅਰਥ ਇਹ ਨੇ। ਸਿੱਧੀ ਮਨੁੱਖ ਚਾਹੁੰਦਾ ਹੈ। ਸਿੱਧੀ ਦਾ ਅਰਥ ਹੈ ਕਿ ਉਹਦੀ ਹਰ ਇੱਕ ਖੇਤਰ ਦੇ ਵਿੱਚ ਕਾਮਯਾਬੀ ਹੋ ਜਾਏ। ਪਰ ਭੱਟ ਕਹਿੰਦੇ ਬੰਛਤ ਸਿੱਧ ਕੋ, ਅਸੀਂ ਸਿੱਧੀ ਲੱਭਦੇ ਫਿਰਦੇ ਸੀ। ਵਿਦ ਮਿਲਾਇਓ, ਪਰ ਪੂਰੇ ਗੁਰੂ ਅਮਰਦਾਸ ਜੀ ਨੇ ਦੱਸਿਆ ਸਿੱਧੀ ਉਦੋਂ ਮਿਲਦੀ ਜਦੋਂ ਵਿਧੀ ਮਿਲੇ, ਤਰੀਕਾ ਮਿਲੇ। ਤਰੀਕਾ ਗੁਰੂ ਕੋਲ ਹੈ। ਬੰਛਤ ਸਿੱਧ ਕੋ ਵਿਦ ਮਿਲਾਇਓ। ਤੇ ਫਿਰ ਕਹਿੰਦੇ ਪੂਰਨ ਭਉ ਮਨ ਠੌਰ ਬਸੋ। ਮਨ ਸੰਪੂਰਨ ਤੌਰ ਤੇ ਭਰਿਆ ਗਿਆ। ਪੂਰਨ ਭਉ ਮਨ ਠੌਰ ਬਸੋ। ਠੌਰ ਦਾ ਅਰਥ ਇੱਕੋ ਥਾਂ ਤੇ ਟਿਕ ਗਿਆ। ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦਹੰਗ ਦਿਸ ਧਾਇਓ। ਜਿਹੜਾ ਮਨ ਦਸਾਂ ਦਿਸ਼ਾਵਾਂ ਵਿੱਚ ਰਸ ਭਾਲਦਾ ਫਿਰਦਾ ਸੀ, ਉਹ ਇੱਕੋ ਥਾਂ ਤੇ ਟਿਕ ਗਿਆ। ਹਜ਼ੂਰ ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਭਾਸ ਬਣਾਇਓ। ਗੋਇੰਦਵਾਲ ਸਾਹਿਬ ਦਾ ਨਾਮ ਲਿਆ ਭੱਟਾਂ ਨੇ। ਗੋਬਿੰਦਪੁਰੀ ਸਮ, ਜਿੱਥੇ ਇਹ ਅਸਥਾਨ ਸੀ, ਕਹਿੰਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਇਹ ਹੈ ਗੁਰੂ ਦੇ ਦਰਸ਼ਨ ਦੀ ਜਿਹੜਾ ਸਿੱਟਾ ਹੈ, ਜਿਹੜੀਆਂ ਬਰਕਤਾਂ ਨੇ। ਇੱਥੇ ਹਜ਼ੂਰ ਕਹਿੰਦੇ ਸਫਲ ਦਰਸ਼ਨ ਪੇਖਤ ਪੁਨੀਤ। ਦਰਸ਼ਨ ਕਰਦਿਆਂ ਸਾਰ ਜੀਵਨ ਸਫਲ ਹੋ ਗਿਆ ਪੂਰੇ ਗੁਰੂ। ਵੇਂਦਿਆਂ ਸਾਰ ਜੀਵਨ ਪਵਿੱਤਰ ਹੋ ਗਿਆ। ਸਾਹਿਬ ਕਹਿੰਦੇ ਪਰਸਤ ਚਰਨ ਗਤ ਨਿਰਮਲ ਰੀਤ। ਪੂਰੇ ਗੁਰੂ ਦੇ ਚਰਨ ਪਰਸਦਿਆਂ ਹੀ, ਚਰਨੀ ਲੱਗਦਿਆਂ ਹੀ ਇੱਕ ਨਿਰਮਲ ਰੀਤੀ ਦੀ ਪ੍ਰਾਪਤੀ ਹੋਈ। ਨਿਰਮਲ ਜੀਵਨ ਦੀ ਮਰਿਆਦਾ ਦਾ ਪਤਾ ਲੱਗ ਗਿਆ। ਭੇਟਤ ਸੰਗ ਰਾਮ ਗੁਣ ਰਵੇ। ਮਿਲਦਿਆਂ ਸਾਰ ਪ੍ਰਭੂ ਦੇ ਗੁਣ, ਪ੍ਰਭੂ ਦਾ ਸੁਭਾਅ ਕਹਿੰਦੇ ਸਾਡੇ ਵਿੱਚ ਸਮਾ ਗਿਆ। ਪਾਰ ਬ੍ਰਹਮ ਕੀ ਦਰਗਹਿ ਗਵੇ। ਉਸੇ ਵੇਲੇ ਰੱਬ ਦੀ ਦਰਗਾਹ ਦਾ ਦਰਵਾਜ਼ਾ ਖੁੱਲ੍ਹ ਗਿਆ, ਉਹਦੇ ਨਾਲ ਕਨੈਕਸ਼ਨ ਹੋ ਗਿਆ, ਸੰਬੰਧ ਬਣ ਗਿਆ। ਉਹਦੇ ਵਿੱਚ ਗਵੇ ਦਾ ਅਰਥ ਤੁਰਨ ਲੱਗ ਪਏ, ਉਹਦੇ ਤੱਕ ਪਹੁੰਚ ਗਏ। ਸੁਨ ਕਰ ਬਚਨ ਕਰਨ ਆਗਾਨੇ। ਕਰਨ ਦਾ ਅਰਥ ਕੰਨ। ਪੂਰੇ ਗੁਰੂ ਦੇ ਬਚਨ ਸੁਣਦਿਆਂ ਸੁਣਦਿਆਂ ਕੰਨਾਂ ਨੂੰ ਤ੍ਰਿਪਤੀ ਆ ਗਈ, ਕੰਨ ਟਿਕ ਗਏ, ਸੁਰਤ ਇਕੱਠੀ ਹੋ ਗਈ। ਹਜ਼ੂਰ ਕਹਿੰਦੇ ਮਨ ਸੰਤੋਖ ਆਤਮ ਪਤੀ ਆਨੇ। ਮਨ ਵਿੱਚ ਇੱਕ ਸੰਤੋਖ ਭਰਿਆ ਹੋਇਆ ਹੈ। ਪੂਰੇ ਗੁਰੂ ਦੇ ਬਚਨ ਸੁਣ ਕੇ ਸੰਤੋਖ ਦਾ ਮਤਲਬ ਮਨ ਪੂਰੀ ਤਰ੍ਹਾਂ ਰੱਜਿਆ ਹੋਇਆ, ਭਿੱਜਿਆ ਹੋਇਆ, ਟਿਕਿਆ ਹੋਇਆ। ਮਨ ਸੰਤੋਖ ਆਤਮ ਪਤਿਆਨੇ। ਤੇ ਆਤਮਾ ਪਤਿਆਨੇ ਦਾ ਅਰਥ ਹੈ ਭਾਵ ਸਫਲ ਹੋ ਗਏ, ਜੀਵਨ ਸਫਲ ਹੋ ਗਿਆ, ਆਤਮਾ ਵੀ ਤ੍ਰਿਪਤ ਹੋ ਗਈ। ਸਾਹਿਬ ਕਹਿੰਦੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਹਿੰਦੇ ਨੇ ਪੂਰਾ ਗੁਰੂ, ਉਹਦਾ ਜਿਹੜਾ ਮੰਤਰ ਸੀ ਨਾ, ਉਹ ਅਖਿਓ ਦਾ ਅਰਥ ਹੈ ਨਾਸ ਨਹੀਂ ਹੁੰਦਾ। ਉਹਦਾ ਜਿਹੜਾ ਮੰਤਰ ਹੈ, ਗੁਰਮੰਤਰ ਜੋ ਹੈ, ਗੁਰੂ ਦੀ ਜੋ ਸਲਾਹ ਹੈ। ਮੰਤਰ ਦੇ ਦੋ ਅਰਥ ਨੇ, ਦਾਸ ਨੇ ਇੱਕ ਦਿਨ ਪਹਿਲਾਂ ਬੇਨਤੀ ਕੀਤੀ ਸੀ। ਮੰਤਰ ਦੇ ਅਰਥ ਨੇ ਗੁਰੂ ਦੁਆਰਾ ਦਿੱਤੀ ਹੋਈ ਸਲਾਹ ਕਿ ਤੂੰ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਕਰਿਆ ਕਰ, ਇਸ ਤਰ੍ਹਾਂ ਵਿਚਰਿਆ ਕਰ। ਮੰਤਰ ਦਾ ਦੂਜਾ ਅਰਥ ਹੈ ਗੁਰੂ ਵੱਲੋਂ ਦਿੱਤਾ ਹੋਇਆ ਸ਼ਬਦ, ਜਿਹਦੀ ਸਿੱਖ ਜਪ ਕੇ ਕਮਾਈ ਕਰਦਾ ਹੈ। ਇਹ ਦੂਸਰਾ ਗੁਰਮੰਤਰ ਹੈ। ਇਸ ਤਰ੍ਹਾਂ ਇਹ ਦੋਵਾਂ ਚੀਜ਼ਾਂ ਨੂੰ ਸਿੱਖ ਇਕੱਠੀਆਂ ਅਪਣਾਉਂਦਾ ਹੈ। ਪੂਰੇ ਗੁਰੂ ਦਾ ਜਿਹੜਾ ਮੰਤਰ ਹੈ ਨਾ, ਉਹ ਅਖਿਓ ਹੈ, ਭਾਵ ਨਾਸ਼ ਨਹੀਂ ਹੁੰਦਾ, ਸਦਾ ਵਾਸਤੇ ਇੱਕ ਰਸ ਬਣਿਆ ਰਹਿੰਦਾ ਹੈ।
ਅੰਮ੍ਰਿਤ ਦ੍ਰਿਸ਼ਟ ਪੇਖੈ ਤੇ ਪੂਰਾ ਗੁਰੂ ਜਿਸ ਮਨੁੱਖ ਵੱਲ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਕੇ ਵੇਖਦਾ ਹੈ, ਹੋਏ ਸੰਤ, ਉਹ ਮਨੁੱਖ ਸੰਤ ਹੋ ਜਾਂਦਾ ਹੈ। ਇਹਦੇ ਅਰਥ ਸਾਰੇ ਟੀਕਾਕਾਰਾਂ ਨੇ ਇਹ ਕੀਤੇ ਕਿ ਜਿਹੜਾ ਗੁਰੂ ਪੂਰੀ ਨਜ਼ਰ ਪਾ ਕੇ ਕਿਸੇ ਵੱਲ ਵੇਂਦਾ ਤੇ ਉਹ ਸੰਤ ਹੋ ਜਾਂਦਾ, ਗੁਰਮੁਖ ਹੋ ਜਾਂਦਾ ਹੈ, ਉਹਦੇ ਵਿੱਚ ਸੰਤ ਵਾਲੇ ਲੱਛਣ ਪੈਦਾ ਹੋ ਜਾਂਦੇ। ਹਜ਼ੂਰ ਕਹਿੰਦੇ ਗੁਣ ਬੇਅੰਤ ਕੀਮਤ ਨਹੀਂ ਪਾਏ। ਐਸੇ ਗੁਣ, ਐਸੀਆਂ ਬਰਕਤਾਂ ਗੁਰੂ ਕੋਲੋਂ ਮਿਲੀਆਂ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਸੀ, ਬੇਅੰਤ ਸਨ ਉਹ, ਤੇ ਇੱਕ ਕਹਿੰਦੇ ਉਹਨਾਂ ਦੀ ਕੀਮਤ, ਮੁੱਲ ਵੀ ਨਹੀਂ ਸੀ ਪਾਇਆ ਜਾ ਸਕਦਾ। ਹਜ਼ੂਰ ਕਹਿੰਦੇ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜਿਸ ਨੂੰ ਭਾ ਜਾਏ, ਗੁਰੂ ਦੇ ਮਨ ਵਿੱਚ ਸੰਤੁਸ਼ਟੀ ਆ ਜਾਏ, ਜਿਸ ਨੂੰ ਵੇਖ ਕੇ ਉਹਦੇ ਤੇ ਪੂਰੀ ਕਿਰਪਾ ਕਰ ਦਿੰਦਾ ਹੈ, ਪੂਰੀ ਰਹਿਮਤ ਕਰ ਦਿੰਦਾ। ਇਹ ਸਾਰੇ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਵਿੱਚ ਭਰੇ, ਔਰ ਸਿੱਖ ਗੁਰੂ ਦੇ ਆਗਿਆ ਵਿੱਚ ਰਹਿ ਕੇ ਇਹ ਸਾਰੀਆਂ ਦਾਤਾਂ ਗੁਰੂ ਕੋਲੋਂ ਪ੍ਰਾਪਤ ਕਰ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।